चौदह अगस्त शनिचरवार का देश प्रदेश टैलीविजन प्रोग्राम लैके बलजिंदर सिंह अटवाल थोड़ी सेवा दे विच हाज़र है। सारे ही दर्शकों को सत श्री अकाल। आप सारे का प्रोग्राम दे विच बहुत बहुत स्वागत है। कल 15 अगस्त है, भारत का आज़ादी दिवस, ते अज पाकिस्तान का जन्मदिन है। बहुत बहुत मुबारकां होण। जिथे खुशियां मनाईयां जांदियां हन, जश्न मनाए जाते हैं आज़ादी दिवस के, जिस दे वास्ते साडे शहीदां ने कुर्बानियां दित्तियां, बहुत सारियां उन्हां दीयां कालनावां हन, पर उत्थे बहुत वड्डा दर्द भी है, दुख भी है। देश दे जदों टोटे हो गए और इस वंड दे विच जो नुकसान होया, खास तौर ते पंजाब दा जो नुकसान होया, जो विछोड़े दा दर्द है, अज भी उन्हां दिनां नूं याद करदे होए जदों बजुर्गां दे मूहों ये गल्लां सुणदे हां, अखीं डिठा हाल, तन अते मन दे उत्ते जो उन्हां ने संताप हंडाया, उस नूं सुण के शरीर सुन्न हो जाता है। अज उस दर्द नूं बयान दी होई एक कविता सुणदे हां साडी विरासत दी अगली कड़ी दे विच, प्रोग्राम दी शुरुआत दे विच। पंद्रह अगस्त 1947 ਨੂੰ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਬਣ ਗਏ। ਪਹਿਲਾਂ ਯੂਨਾਈਟਿਡ ਹਿੰਦੁਸਤਾਨ ਸੀ, ਯੂਨਾਈਟਿਡ ਇੰਡੀਆ ਸੀ, ਜਿਸ ਦੀ ਵੰਡ ਹੋਈ। ਦੁਨੀਆ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਵੰਡ ਮੰਨੀ ਜਾਂਦੀ ਹੈ। ਸਭ ਤੋਂ ਵੱਧ ਲੋਕਾਂ ਦਾ ਘਾਣ ਹੋਇਆ, ਸਭ ਤੋਂ ਵੱਡੀ ਜਨਸੰਖਿਆ ਦੀ ਅਦਲਾ ਬਦਲੀ ਕੀਤੀ ਗਈ। ਇਹਦੇ ਵਿੱਚ ਅਜਿਹਾ ਵੀ ਹੋਇਆ ਕਿ ਕੁਝ ਔਰਤਾਂ, ਕੁਝ ਲੜਕੀਆਂ ਪਾਕਿਸਤਾਨ ਵਾਲੇ ਪਾਸੇ ਰਹਿ ਗਈਆਂ, ਜਿਨ੍ਹਾਂ ਨੂੰ ਇੱਧਰ ਨਾ ਆਉਣ ਦਿੱਤਾ ਗਿਆ, ਜਾਂ ਉਹਨਾਂ ਦੇ ਮਾਪੇ ਜਾਂ ਉਹਨਾਂ ਦੇ ਘਰ ਦੇ ਮਾਰ ਦਿੱਤੇ ਗਏ ਤੇ ਉਹ ਉੱਧਰ ਹੀ ਰਹਿ ਗਈਆਂ। ਕੁਝ ਔਰਤਾਂ ਇੱਧਰਲੇ ਪਾਸੇ ਰਹਿ ਗਈਆਂ, ਉਹਨਾਂ ਦੇ ਮਾਂ-ਬਾਪ ਮਾਰ ਦਿੱਤੇ ਗਏ, ਜਾਂ ਉਹ ਕਿਸੇ ਕਾਰਨ ਕਰਕੇ ਇੱਥੇ ਰਹਿ ਗਈਆਂ ਤੇ ਉਹਨਾਂ ਨੂੰ ਇੱਧਰ ਹੀ ਰੱਖ ਲਿਆ ਗਿਆ। ਉਸ ਦੁਖਾਂਤ ਵਿੱਚੋਂ ਇੱਕ ਰਚਨਾ ਪੈਦਾ ਹੋਈ। ਮਾਸਟਰ ਜੀ, ਇਹ ਕੀ ਰਚਨਾ ਹੈ, ਕਿਹੜਾ ਦੁਖਾਂਤ ਹੈ? ਦੁਖਾਂਤ ਇਹੀ ਹੈ ਜੀ ਵੀ ਜਦੋਂ ਥੋੜ੍ਹਾ ਜਿਹਾ ਠੰਡ ਠੰਡੌਲਾ ਹੋ ਗਿਆ ਤਾਂ ਫਿਰ ਉੱਧਰਲੀ ਮਿਲਟਰੀ ਇੱਧਰੋਂ ਬੰਦਿਆਂ ਨੂੰ ਲੈਣ ਆਈ ਤੇ ਇੱਧਰਲੀ ਮਿਲਟਰੀ ਉੱਧਰੋਂ ਲੈਣ ਆਈ ਜੀ। ਇਸੇ ਤਰ੍ਹਾਂ ਦੀ ਇਹੋ ਜਿਹੀ ਘਟਨਾਵਾਂ ਲੜਕੀਆਂ ਨੂੰ ਰੱਖਣ ਦੀਆਂ ਇਹ ਪਿੰਡ ਹੋਈਆਂ, ਬਹੁਤ ਥਾਵਾਂ ਤੇ ਹੋਈਆਂ, ਜਾਣੀ ਕਿਸੇ ਇੱਕ ਥਾਂ ਨਹੀਂ। ਪਰ ਇਹ ਘਟਨਾ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ ਜੀ, ਜਿਹਦਾ ਪਾਰਸ ਸਾਹਿਬ ਨੇ ਨਾਂ ਨਹੀਂ ਲਿਖਿਆ, ਮੋਗਾ ਜ਼ਿਲ੍ਹਾ ਹੀ ਲਿਖਿਆ, ਮੋਗਾ ਹੀ ਲਿਖਿਆ, ਉਦੋਂ ਮੋਗਾ ਜ਼ਿਲ੍ਹਾ ਨਹੀਂ ਸੀ ਹੁੰਦਾ ਜੀ। ਤਾਂ ਉਹ ਲੜਕੀ ਨੂੰ ਜਦੋਂ ਮਿਲਟਰੀ ਵਾਲੇ ਲੈਣ ਆਏ ਤਾਂ ਉਹਦੀ ਹਾਲਤ ਇਹ ਸੀਗੀ ਵੀ ਉਸ ਵੇਲੇ ਲੜਕੀ ਦਾ ਇੱਕ ਬੇਟਾ, ਉਹਦਾ ਘਰ ਵਾਲਾ ਪਤੀ ਉਹਦਾ ਮਾਰ ਦਿੱਤਾ ਗਿਆ ਤੇ ਉਹਦਾ ਬਾਕੀ ਪਰਿਵਾਰ ਉੱਧਰ ਚਲਿਆ ਗਿਆ ਤੇ ਉਹ ਪਰਿਵਾਰ ਦੇ ਨਾਲ ਇੱਕ ਬੱਚਾ ਉੱਧਰ ਚਲਿਆ ਗਿਆ ਜੀ। ਤੇ ਜਿਹੜਾ ਦੂਜਾ ਬੱਚਾ ਇੱਧਰ ਜਿਹੜੇ ਨੇ ਉਹਨੂੰ ਅੰਮ੍ਰਿਤ ਛਕਾ ਕੇ ਸਿੱਖਣੀ ਬਣਾ ਕੇ ਰੱਖ ਲਿਆ, ਉਹਦੇ ਹੋ ਗਿਆ। ਤੇ ਤੀਜਾ ਉਹਦੇ ਪੇਟ ਵਿੱਚ ਸੀ ਜਦੋਂ ਉਹਨੂੰ ਲੈ ਕੇ ਜਾਣ ਲੱਗੇ। ਉਹ ਦਰਦ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਸ਼੍ਰੋਮਣੀ ਕਮਿਸ਼ਨਰ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਉਹ ਫਿਰ ਉਸ ਔਰਤ ਦੀਆਂ ਭਾਵਨਾਵਾਂ ਨੂੰ ਪਾਰਸ ਜੀ ਨੇ ਬਹੁਤ ਹੀ ਭਾਵਕ ਸ਼ਬਦਾਂ ਦੇ ਵਿੱਚ ਪੇਸ਼ ਕੀਤਾ। ਤੇ ਅਸੀਂ ਉਹ ਬੇਨਤੀ ਕਰਾਂਗੇ ਜੀ ਕਿ ਉਹ ਰਚਨਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਜੀ। ਰਿਸ਼ੀ ਜੀ, ਮੈਂ ਸਰੋਤਿਆਂ ਦੀ ਜਾਣਕਾਰੀ ਲਈ ਇਹ ਗੱਲ ਦੱਸ ਦਿਆਂ ਕਿ ਪਾਰਸ ਜੀ ਮੈਨੂੰ ਕਈ ਗੀਤ ਹੱਥ ਲਿਖਤ ਭੇਜ ਦਿੰਦੇ ਸੀ। 30 ਦਸੰਬਰ 1949 ਦੀ ਰਚਨਾ ਹੈ ਜਿਹੜੀ, ਇਹਨੂੰ ਮੈਂ ਇਸ ਲਈ ਪੇਸ਼ ਕਰ ਰਿਹਾ ਕਿ ਅਸੀਂ ਆਪਣੇ ਇਤਿਹਾਸ ਨੂੰ ਨਾ ਭੁੱਲੀਏ। ਜਿਹੜਾ ਦੁਖਾਂਤ ਵੱਡਾ ਵਾਪਰਿਆ 47 ਵੇਲੇ, ਜਿਹਨੂੰ ਘੱਲੂਘਾਰਾ ਵੀ ਕਹਿੰਦੇ ਸੀ, ਜਿਹਨੂੰ ਕਟਾਵੱਡੀ ਵੀ ਕਹਿੰਦੇ ਸੀ, ਔਰ ਜਿਹੜਾ ਇੱਕ ਕਿਸਮ ਦਾ ਜਿਹਨੂੰ ਰੌਲਾ ਗੋਲਾ ਵੀ ਕਿਹਾ ਜਾਂਦਾ ਹੈ ਤੇ ਹਲਚਲਾ ਵੀ ਕਿਹਾ ਜਾਂਦਾ ਹੈ ਜੀ। ਇੱਕ ਗੱਲ ਛੋਟੀ ਜੀ ਕਿ ਜਦੋਂ ਜਿਹੜੇ ਪੁਰਾਣੇ ਬੰਦਿਆਂ ਦੀਆਂ ਡੇਟ ਆਫ ਬਰਥਾਂ ਨਹੀਂ ਲੱਭਦੀਆਂ ਤਾਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹਲਚਲੇ ਵੇਲੇ ਤੂੰ ਕਿੱਡਾ ਸੀ ਜੀ। ਇਸ ਤਰ੍ਹਾਂ ਕਰਕੇ ਤਾਂ ਉਹ ਕਵਿਤਾ ਜਿਹੜੀ ਆ ਉਹ ਪਾਰਸ ਜੀ ਨੇ ਲਿਖੀ ਹੈ 30 ਦਸੰਬਰ 1949 ਦੀ ਜੀ। ਤੇ ਜਦੋਂ ਕਿ ਮੈਂ 5 ਸਾਲ ਦਾ ਸੀ।
ਤਾਂ ਅੱਜ ਮੈਂ ਉਹ ਪੇਸ਼ ਕਰਨ ਲੱਗਿਆ। ਮੈਨੂੰ ਇਸ ਗੱਲ ਤੇ ਮਾਣ ਹੈ ਕਿ ਮੈਂ ਪਾਰਸ ਜੀ ਦੀ ਰਚਨਾ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਜੀ। ਵੇ ਸੰਸਾਰਾ ਅੱਲੇ ਕਾ ਹੁਣ ਚੁੰਡੀ ਨਮਕ ਨਾ ਸਹਿੰਦੇ, ਉਹ ਆਖਣਗੇ ਸਿਖੜੀ ਆ ਗਈ ਇਹ ਸਨ ਮੁਸਲੀ ਕਹਿੰਦੇ। ਹਿੰਦ ਪਾਕ ਦੀਆਂ ਲੱਗਣ ਮੈਨੂੰ ਦੋਵੇਂ ਦੋਜ਼ਖ ਥਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਪਹਿਲੇ ਵਿਆਹ ਵੇਲੇ ਲਾਰੀਜਾਂ ਮਾਪਿਆਂ ਸੌਰੀ ਕੱਲੀ, ਦੂਜਾ ਯਦ ਖੜ ਲੋੜ ਬੰਦ ਨੇ ਕਰ ਲਿਆ ਮੱਲੋ ਮੱਲੀ। ਪਾਕ ਨਗਾਸੀ ਕਾਜ਼ੀ ਪੜਿਆ ਭਾਈ ਜੀ ਨੇ ਲਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਉਧਰ ਜੇਠ ਸ਼ੇਰ ਮੁਹੰਮਦ ਅੱਖਾਂ ਚੁੱਕ ਉਡੀਕੇ, ਇੱਧਰ ਕੇਰੂ ਖੂਨ ਸੱਜਰਾ ਖੜਾ ਸਾਹਮਣੇ ਚੀਕੇ। ਸ਼ਹਿਦ ਅਤੇ ਮਿਸ਼ਰੀ ਚੋਂ ਕਿਸ ਨੂੰ ਛੱਡਾਂ ਕਿਸ ਨੂੰ ਖਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਦੋਵਾਂ ਟੋਟੇ ਜਿਗਰ ਦਿਆਂ ਚੋਂ ਕੋਈ ਨਾਦ ਪਿਆਰਾ, ਉਧਰ ਲਾ ਹੈ ਚੰਦ ਈਦ ਦਾ ਇਹ ਸਰਗੀ ਦਾ ਤਾਰਾ। ਲੋਚਾਂ ਵੱਡਾ ਚੜੇ ਕਨੇੜੇ ਛੋਟਾ ਗੋਦ ਖਡਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਪੁੱਤ ਨਾ ਮਿਲਦੇ ਉੜਦ ਬਾਜ਼ਾਰੀ ਨਾ ਹੀਰਿਆਂ ਦੀ ਮੰਡੀ, ਮਾਂ ਦੀ ਮਮਤਾ ਰਸੀਆਂ ਧਰ ਕੇ ਕਦੇ ਨਾ ਜਾਂਦੀ ਵੰਡੀ। ਇੱਕੋ ਦਿਲ ਜ਼ਖਮੀ ਮੈਂ ਪਾਪਣ ਕਿਸ ਦੀ ਝੋਲੀ ਪਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਸਾਰੀ ਧਰਤੀ ਦਿਸੇ ਮਾਤਮੀ ਥਾਂ ਥਾਂ ਵਿਛਿਆ ਸੱਥਰ, ਕੁੱਖ ਕਲੈਣੀ ਵਿੱਚ ਪਨਪਦਾ ਹੈ ਨਵ ਚੇਤਨ ਪੱਥਰ। ਇੱਧਰ ਨਿਪਜਿਆ ਉਧਰ ਉਪਜੂ ਕਿਸ ਦੀ ਅਣਸ ਲਖਾਵਾਂ, ਇੱਧਰ ਨਿਪਜਿਆ ਉਧਰ ਉਪਜੂ ਕਿਸ ਦੀ ਅਣਸ ਲਖਾਵਾਂ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਕਲਮਾ ਅਤੇ ਨਮਾਜ਼ ਨਾ ਭੁੱਲੀ ਜਪ ਜੀ ਵੀ ਹੁਣ ਚੇਤੇ, ਜਿਸ ਵਿੱਚ ਲਿਖਿਆ ਅੰਧ ਘੋਰ ਤੇ ਮਹਾ ਮੂਰਖ ਕੇਤੇ। ਦੋ ਮਜ਼ਹਬਾਂ ਦੀ ਗ੍ਰਿਫਤ ਦੇ ਵਿੱਚੋਂ ਪੱਲਾ ਕਿਵੇਂ ਛਡਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਦੋ ਪਾਸੀ ਨੇਤਿਆਂ ਨੂੰ ਚੜ ਗਈ, ਦੋ ਪਾਸੀ ਨੇਤਿਆਂ ਨੂੰ ਚੜ ਗਈ ਦੀਨ ਧਰਮ ਦੀ ਝੰਡੀ। ਦੋ ਕੌਮਾਂ ਦਾ ਝਗੜਾ ਪਾ ਕੇ ਸਾਂਝੀ ਧਰਤੀ ਵੰਡੀ, ਗਾਂਧੀ ਅਤੇ ਜਨਾਂ ਦੀ ਕੱਢੀ ਕੰਧ ਕਿਸ ਤਰ੍ਹਾਂ ਢਾਵਾਂ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਬਈ ਆ ਜੋ ਪਾਕਿਸਤਾਨੀ ਫੌਜੀ ਆਏ ਮੈਨੂੰ ਢੂੰਡਣ, ਆ ਜੋ ਪਾਕਿਸਤਾਨੀ ਫੌਜੀ ਆਏ ਮੈਨੂੰ ਢੂੰਡਣ। ਕੀ ਪਰਵਾਸਾ ਭੁੱਖੇ ਗਿਰਜੇ ਰਾਹ ਵਿੱਚ ਹੱਡੀਆਂ ਚੂੰਡਣ। ਪਾਰਸ ਬੁਸਿਆ ਗੋਸ਼ਤ ਜਾਣਾ ਖਾ ਕੁੱਤਿਆਂ ਦੇ ਕਾਵਾਂ, ਪਾਰਸ ਬੁਸਿਆ ਗੋਸ਼ਤ ਜਾਣਾ ਖਾ ਕੁੱਤਿਆਂ ਦੇ ਕਾਵਾਂ। ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ, ਦੱਸੋ ਵੇ ਲੋਕੋ ਹੁਣ ਪਗਲੀ ਮੈਂ ਕਿੱਧਰ ਨੂੰ ਜਾਵਾਂ। ਵਾਹ ਜੀ ਵਾਹ, ਬਹੁਤ ਦਰਦ ਹੈ ਇਸ ਰਚਨਾ ਦੇ ਵਿੱਚ। ਜੀ ਹਾਂ, ਇਹਨੂੰ ਜੀ ਹਾਂ, ਇਹਨੂੰ ਜੀ ਹਾਂ। ਇਹਨੂੰ ਹਜ਼ਮ ਕਰਨਾ ਬੜਾ ਔਖਾ। ਜੀ ਹਾਂ, ਅਜੇ ਵੀ ਰਿਸ਼ੀ ਜੀ ਜਿਨ੍ਹਾਂ ਦੀ ਉਦੋਂ ਕਿਤੇ 10-12 ਸਾਲ ਦੀ ਉਮਰ ਹੋਊਗੀ ਤੇ ਅਜੇ ਜਿਉਂਦੇ ਹੋਣਗੇ ਕੁਝ ਮਨੁੱਖ, ਉਹਨਾਂ ਨੇ ਉਹ ਅੱਖੀਂ ਦੇਖਿਆ ਹੋ ਸਾਰਾ ਕੁਝ, ਉਹਨਾਂ ਨੂੰ ਇਸ ਦਰਦ ਦਾ ਅਸਲੀ ਅਹਿਸਾਸ ਹੈ। ਤੇ ਇਹ ਇਸ ਕਰਕੇ ਮੈਂ ਕਹਿੰਦਾ ਵੀ ਤੁਸੀਂ, ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਇਹ ਕਵੀਸ਼ਰੀ ਪੇਸ਼ ਕਰਨ ਨੂੰ ਕਿਹਾ। ਇਹਦੇ ਨਾਲ ਨੌਜਵਾਨ ਪੀੜ੍ਹੀ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿਹੋ ਜਿਹੇ ਦਰਦ ਹੰਢਾਏ ਆ ਜੀ, ਖਾਸ ਕਰਕੇ ਪੰਜਾਬੀਆਂ ਨੇ। ਬਿਲਕੁਲ ਠੀਕ ਤੁਹਾਡੀ ਗੱਲ। ਮਾਸਟਰ ਜੀ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਧੰਨਵਾਦ। ਤੁਹਾਡਾ ਬੁਲਾਉਣ ਲਈ ਧੰਨਵਾਦ ਜੀ। ਧੰਨਵਾਦ ਜੀ।
ਇੱਕ ਵਾਰੀ ਫਿਰ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਓਲੰਪਿਕਸ ਦੀਆਂ ਜਿਹੜੀਆਂ ਖੇਡਾਂ ਹਨ ਐਤਕੀ ਵੀ ਕਾਫੀ ਰੌਚਕ ਰਹੀਆਂ, ਪਰ ਇਹ ਵੱਖਰੀ ਤਰ੍ਹਾਂ ਦਾ ਸਾਰਾ ਪ੍ਰੋਗਰਾਮ ਸੀ। ਓਪਨਿੰਗ ਤੇ ਕਲੋਜ਼ਿੰਗ ਸੈਰੇਮਨੀਜ਼ ਬਹੁਤ ਹੀ ਸ਼ਾਨਦਾਰ ਹੁੰਦੀਆਂ ਹਨ, ਪਰ ਖਾਲੀ ਸਟੇਡੀਅਮ ਦੇ ਵਿੱਚ ਹੀ ਜਿਹੜੀਆਂ ਇਲੈਕਟ੍ਰੋਨਿਕਸ ਦੇ ਪ੍ਰਭਾਵਾਂ ਦੇ ਨਾਲ, ਇਫੈਕਟਸ ਦੇ ਨਾਲ ਇਹ ਮਨਾਈਆਂ ਗਈਆਂ। ਖੈਰ, ਕੈਨੇਡਾ ਦੀ ਕਾਰਗੁਜ਼ਾਰੀ ਇਸ ਦੇ ਵਿੱਚ ਬਹੁਤ ਵਧੀਆ ਰਹੀ, ਸੋ ਸਾਰੇ ਹੀ ਖਿਡਾਰੀ ਵਧਾਈ ਦੇ ਹੱਕਦਾਰ ਹਨ। ਔਰ ਇਸ ਦੇ ਨਾਲ ਭਾਰਤ ਦੀ ਪੋਜੀਸ਼ਨ ਦੇ ਵਿੱਚ ਵੀ ਇਸ ਵਾਰ ਬਹੁਤ ਨਿਖਾਰ ਵੇਖਿਆ ਗਿਆ, ਕਾਫੀ ਇੰਪਰੂਵਮੈਂਟ ਪਿਛਲੇ ਸਾਲਾਂ ਨਾਲੋਂ ਵੇਖਣ ਨੂੰ ਮਿਲੀ। ਔਰ ਇਸ ਦੇ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਖਾਸ ਤੌਰ ਤੇ ਯੋਗਦਾਨ ਰਿਹਾ, ਜਿਸ ਦੇ ਸੰਬੰਧ ਦੇ ਵਿੱਚ ਇੱਕ ਸੈਗਮੈਂਟ ਵੀ ਅਸੀਂ ਪ੍ਰੋਗਰਾਮ ਦੇ ਆਖਰਲੇ ਹਿੱਸੇ ਦੇ ਵਿੱਚ ਪੇਸ਼ ਕਰਾਂਗੇ। ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਸਾਡਾ ਲੜੀਵਾਰ ਸੈਗਮੈਂਟ ਸਾਡੇ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਅਸੀਂ ਮੁਆਫੀ ਚਾਹੁੰਦੇ ਹਾਂ, ਪਿਛਲੇ 3 ਹਫ਼ਤਿਆਂ ਦੇ ਵਿੱਚ ਜਿਹੜੇ ਸੈਗਮੈਂਟਸ ਪੇਸ਼ ਕੀਤੇ ਗਏ, ਕੁਝ ਦਰਸ਼ਕਾਂ ਨੂੰ ਉਹਨਾਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ, ਕੋਈ ਤਕਨੀਕੀ ਨੁਕਸ ਸੀ, ਪਰ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ। ਸੋ ਇਸ ਲੜੀ ਨੂੰ ਅੱਗੇ ਤੋਰਦੇ ਹਾਂ, ਜਿਸ ਦੇ ਵਿੱਚ ਮਹਾਪੰਜਾਬ ਦਾ ਇਤਿਹਾਸ ਹੈ, ਪੰਜਾਬੀਆਂ ਦਾ ਇਤਿਹਾਸ ਹੈ, ਜਿਸ ਦੇ ਵਿੱਚ ਸਿੱਖਾਂ ਦੇ ਨਾਲ ਹਿੰਦੂ ਅਤੇ ਮੁਸਲਮਾਨ, ਉਹਨਾਂ ਦਾ ਏਕਾ ਜਿਹੜਾ ਹੈ ਖਾਸ ਵਰਣਨਯੋਗ ਹੈ। ਆਓ ਇਸ ਲੜੀ ਨੂੰ ਅੱਗੇ ਤੋਰਦੇ ਹਾਂ, ਜਿਸ ਦੇ ਵਿੱਚ ਹਰਜਿੰਦਰ ਸਿੰਘ ਥਿੰਦ ਹੁਣਾਂ ਦੇ ਨਾਲ ਸਾਡੇ ਖਾਸ ਮਹਿਮਾਨ ਬੜਮੁੱਲੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਨ, ਪ੍ਰੋਫੈਸਰ ਕਸ਼ਮੀਰਾ ਸਿੰਘ ਜੀ। ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਇਹ ਅਸੀਂ ਲੜੀਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਹਿਸਟਰੀ ਦੇ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਆ ਕੇ ਸਾਨੂੰ ਇਸ ਦੇ ਵੱਖ-ਵੱਖ ਪਹਿਲੂ ਸਮਝਾਉਂਦੇ ਨੇ। ਹੁਣ ਤੱਕ ਕਾਫੀ ਲੰਬੇ ਚੈਪਟਰ ਸਨ ਜਿਹੜੇ ਖਤਮ ਹੋਏ ਨੇ, ਲੇਕਿਨ ਅੱਜ ਜਿਹੜੀ ਗੱਲਬਾਤ ਚੱਲੇਗੀ ਉਹ ਚੱਲੇਗੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਜਾਂ ਹਮਲਿਆਂ ਦੇ ਦੌਰਾਨ ਸਿੱਖਾਂ ਨੇ ਜਦੋਂ ਅਬਦਾਲੀ ਲੁੱਟ ਕੇ ਜਾਂਦਾ ਤੇ ਉਹਨੂੰ ਲੁੱਟ ਲੈਂਦੇ, ਫਿਰ ਉਹ ਗੁਰੀਲਾ ਯੁੱਧ ਕਰਦੇ ਤੇ ਜੰਗਲਾਂ 'ਚ ਜਾ ਲੁਕਦੇ। ਇਹਨਾਂ ਹਮਲਿਆਂ ਨੂੰ ਨਾਕਾਮ ਕਰਨ ਲਈ ਜਾਂ ਅਹਿਮਦ ਸ਼ਾਹ ਅਬਦਾਲੀ ਤੋਂ ਲੁੱਟ ਦਾ ਮਾਲ ਆਪ ਲੁੱਟ ਲੈਣਾ, ਇਸ ਕਰਕੇ ਫਿਰ ਆਹਿਸਤਾ ਅਹਿਮਦ ਸ਼ਾਹ ਅਬਦਾਲੀ ਆਉਣੋਂ ਹਟ ਗਿਆ। ਮਿਸਲਾਂ ਕਾਇਮ ਸਨ, ਸਿੱਖਾਂ ਦੀਆਂ ਮਿਸਲਾਂ 11+1 12 ਮਿਸਲਾਂ ਨੇ। ਬਾਅਦ ਦੇ ਵਿੱਚ ਫਿਰ ਕੀ ਰੰਗ ਬਟਾਇਆ, ਮਹਾਰਾਜਾ ਰਣਜੀਤ ਸਿੰਘ ਲਈ ਕਿਸ ਤਰੀਕੇ ਨਾਲ ਭੋਏ ਵੱਤਰ ਹੋਈ ਕਿ ਉਹ ਰਾਜ ਭਾਗ ਤੇ ਬੈਠ ਸਕਣ ਤੇ ਪੰਜਾਬ ਦਾ ਰਾਜ ਇੱਕ ਵੱਡਾ ਰਾਜ ਕਰਕੇ ਉਸ ਦੇ ਉੱਤੇ ਕਾਬੂ ਪਾ ਸਕਣ ਤੇ ਉਸ ਸਿੰਘਾਸਨ ਤੇ ਬੈਠ ਸਕਣ। ਇਸ ਦੇ ਬਾਰੇ ਅੱਜ ਗੱਲਬਾਤ ਚੱਲਣ ਵਾਲੀ ਹੈ। ਪ੍ਰੋਫੈਸਰ ਸਾਡੇ ਸਟੂਡੀਓਜ਼ ਦੇ ਵਿੱਚ ਨੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਇੱਕ ਜਿਹੜਾ ਆਪਣਾ ਪਰਪਸ ਸੀਗਾ ਇਹ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ, ਉਹ ਪਰਪਸ ਆਪਣਾ ਇਹ ਸੀਗਾ ਵੀ ਆਪਣੇ ਸੁਣਨ ਵਾਲਿਆਂ ਨੂੰ ਇਹ ਪੱਖ ਵੀ ਦਿਖਾ ਲਈਏ ਜਿਹੜਾ ਕਿ ਬਹੁਤੇ ਇਤਿਹਾਸਕਾਰ ਜਾਂ ਵਿਦਵਾਨ ਲੋਕਾਂ ਨੂੰ ਬਹੁਤ ਘੱਟ ਦੱਸਦੇ ਆ ਜਾਂ ਦੱਸਦੇ ਹੀ ਨਹੀਂ ਹੈ। ਉਹ ਇਹ ਕਹਿੰਦੇ ਆ ਜੀ ਕਿ ਧਾਰਮਿਕ ਲੜਾਈ ਸੀ, ਸਿੱਖਾਂ ਦੀ ਤਾਂ ਮੁਸਲਮਾਨਾਂ ਦੀ ਲੜਾਈ ਸੀਗੀ, ਉਹਦੇ ਵਿੱਚ ਜਾ ਕੇ ਮਗਰੋਂ ਮੁਸਲਮਾਨ ਹਾਰ ਗਏ, ਸਿੱਖ ਜਿਹੜੇ ਹੈਗੇ ਜਿੱਤ ਗਏ, ਇਹ ਲੜਾਈ ਸੀ। ਅਸੀਂ ਇਹਨਾਂ ਨੂੰ ਦੱਸਿਆ ਵੀ ਇਹ ਲੜਾਈ ਧਾਰਮਿਕ ਲੜਾਈ ਨਹੀਂ ਸੀ ਹੈ, ਇਹ ਜਾਨੀ ਮੁਸਲਮਾਨਾਂ ਨੂੰ ਸਿੱਖ ਬਣਾਉਣ ਦੀ ਲੜਾਈ ਨਹੀਂ ਸੀ ਹੈ, ਇਹ ਜਾਂ ਉਹਨਾਂ ਨੂੰ ਉਹਨਾਂ ਦੀ ਬਣਾਉਣ ਦੀ ਲੜਾਈ ਨਹੀਂ ਸੀ ਹੈ। ਪਿਛਲੀ ਵਾਰੀ ਤੁਸੀਂ ਦੱਸਿਆ ਸੀ ਬਈ ਇੱਕ ਹਿੰਦੂ ਮੰਦਿਰ ਨੂੰ ਹਿੰਦੂ ਮਰਾਠਿਆਂ ਨੇ ਲੁੱਟ ਲਿਆ ਔਰ ਇੱਕ ਮੁਸਲਮਾਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਜਾ ਕੇ ਫੜਿਆ ਗਿਆ। ਸੋ ਇਹ ਪੰਜਾਬ ਦੇ ਵਿੱਚ ਵੀ ਆ ਕਰਨਾਟਕਾ ਦੀ ਗੱਲ ਤੁਸੀਂ ਮੈਸੂਰ ਦੀ ਕੀਤੀ ਹੈ, ਟੀਪੂ ਸੁਲਤਾਨ ਵਾਲੀ, ਪਰ ਪੰਜਾਬ ਦੇ ਵਿੱਚ ਵੀ ਇਹ ਲੜਾਈ ਜਿਹੜੀ ਧਾਰਮਿਕ ਲੜਾਈ ਨਹੀਂ ਹੈ। ਹੁਣ ਮੈਂ ਕਲੀਅਰ ਕਰ ਦੇਵਾਂ ਜਾ ਕੇ ਵੀ ਸਿੱਖ ਮੁਸਲਮਾਨਾਂ ਨੂੰ ਇਸ ਕਰਕੇ ਦਬਾਇਆ ਨਹੀਂ ਸੀ ਜਾਂਦਾ ਵੀ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਹੇ ਸੀ, ਉਹਨਾਂ ਨੂੰ ਇਸ ਕਰਕੇ ਦਬਾਇਆ ਜਾਂਦਾ ਸੀ ਵੀ ਉਹ ਸਟੇਟ ਦੇ ਖਿਲਾਫ ਬਗਾਵਤ ਕਰਦੇ ਸੀਗੇ। ਕੀ ਇਹ ਗੱਲ ਸੱਚੀ ਹੈ ਵੀ ਮਿਸਲਾਂ ਦੇ ਵਿੱਚ ਕਈ ਮੁਸਲਮਾਨ ਵੀ ਬਿਲਕੁਲ ਸੀਗੇ ਜੀ, ਬਿਲਕੁਲ ਜਿਹੜੇ ਲੜਦੇ ਸੀਗੇ ਮੁਸਲਮਾਨਾਂ ਦੇ ਜਵਾਨ ਮੁੰਡੇ ਵੀ ਉੱਠ ਕੇ ਜਿਨ੍ਹਾਂ ਨੇ ਜ਼ਮੀਨਾਂ ਕਬਜ਼ੇ ਵਿੱਚ ਕੀਤੀਆਂ ਸੀ ਔਰ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦਾ ਸੀ, ਜਿਨ੍ਹਾਂ ਦੀਆਂ ਬਹੂ ਬੇਟੀਆਂ ਨੂੰ ਬਾਹਰ ਲਿਆ ਕੇ ਲਿਜਾਂਦੇ ਸੀ, ਉਹ ਰਲਦੇ ਸੀ ਵਿੱਚ ਆ ਕੇ ਨਾਲ ਰਲਦੇ ਸੀ। ਤੇ ਸਰ ਇਸੇ ਕਰਕੇ ਮੈਂ ਕਿਹਾ ਸੀਗਾ ਵੀ ਸਾਰੀ 6-7% ਜਿਹੜੀ ਪਾਪੂਲੇਸ਼ਨ ਆ ਉਹ ਲੀਡ ਕਰ ਰਹੀ ਹੈ 92-94% ਪਾਪੂਲੇਸ਼ਨ ਨੂੰ। ਕਿਉਂ? ਕਿ ਉਹ ਲੋਕਾਂ ਦਾ ਕਾਜ਼ ਲੜ ਰਹੇ ਸੀ, ਉਹ ਆਪਣਾ ਧਰਮ ਨਹੀਂ ਸੀ ਫੈਲਾਉਣ ਦੇ। ਸਿੱਖ ਮਿਸਲਾਂ ਨੇ ਆਪਣੇ ਟਾਈਮ ਦੇ ਵਿੱਚ ਇੱਕ ਬੰਦੇ ਨੂੰ ਵੀ ਜ਼ਬਰਦਸਤੀ ਧਰਮ ਨਹੀਂ ਉਹਦਾ ਚੇਂਜ ਕਰਵਾਇਆ ਵੀ ਤੂੰ ਸਿੱਖ ਬਣ ਜਾ ਕੇ। ਕੋਈ ਕਿਸੇ ਨੂੰ ਸਿੱਖ ਨਹੀਂ ਬਣਾਇਆ ਗਿਆ ਜ਼ਬਰਦਸਤੀ, ਜਿਹੜਾ ਜਾਂ ਆਪਣੇ ਆਪ ਕੋਈ ਬਣ ਗਿਆ ਹੋਊਗਾ ਤਾਂ ਜੁਦੀ ਗੱਲ ਹੈ। ਪਰ ਇਹ ਲੜਾਈ ਇਸ ਕਰਕੇ ਨਹੀਂ ਸੀ, ਸਿੱਖਾਂ ਨੂੰ ਵੀ ਇਸ ਕਰਕੇ ਨਹੀਂ ਸੀ ਦਵਾਇਆ ਜਾਂਦਾ। ਔਰ ਸਿੱਖ ਲੈਡ ਮਿਸਲਾਂ ਦੇ ਵਿੱਚ ਇਹ ਗੱਲ ਵੀ ਸੱਚੀ ਆ ਕਿ ਐਂਟਰੀ ਬੜੀ ਆਸਾਨ ਸੀ, ਜੇ ਤੁਹਾਡੇ ਕੋਲ ਘੋੜਾ ਤੇ ਤੁਹਾਡੇ ਕੋਲ ਵਰਸ਼ਾ ਤੁਸੀਂ ਮੈਂਬਰ ਬਣ ਸਕਦੇ ਔਰ ਲੜ ਸਕਦੇ ਔਰ ਨਾਲ ਇਹ ਸ਼ਰਤ ਹੈ ਵੀ ਤੁਸੀਂ ਵੀ ਲੜਨ ਲਈ ਤਿਆਰ ਆ।
ਹੁਣ ਇਹ ਜਿਹੜੀ ਲੜਾਈ ਸੀਗੀ, ਜਿੱਦਾਂ ਆਪਾਂ ਪਹਿਲਾਂ ਕਰਕੇ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਰ ਲਈ ਗੱਲ, ਇਹ ਜਿਹੜੀ ਲੜਾਈ ਆ ਜ਼ੁਲਮ ਦੇ ਖਿਲਾਫ ਸ਼ੁਰੂ ਹੁੰਦੀ ਆ, ਮਜ਼ਾਰਿਆਂ ਦੀ ਲੜਾਈ ਦੇ ਵਿੱਚ ਬਦਲ ਜਾਂਦੀ ਆ, ਜਿਸ ਵੇਲੇ ਜਾ ਕੇ ਜਿਹੜੇ ਮਜ਼ਾਰਿਆਂ ਨੂੰ ਜ਼ਮੀਨਾਂ ਦਿਵਾਉਣੀਆਂ ਉੱਥੋਂ ਬਦਲਦੀ ਇਹ ਜੰਗ ਆਜ਼ਾਦੀ ਵਿੱਚ ਬਦਲ ਜਾਂਦੀ ਹੈ ਜੀ। ਹੁਣ 1748 ਦਾ ਜਿਹੜਾ ਸਰਬੱਤ ਖਾਲਸਾ ਹੋਇਆ, ਉਹਦੇ 'ਚ ਕਲੀਅਰ ਕੱਟ ਇਹ ਹੋ ਗਿਆ ਵੀ ਕੰਪਲੀਟ ਇੰਡੀਪੈਂਡੈਂਸ, ਵੀ ਹੁਣ ਰਾਜ ਸੱਤਾ ਕਾਇਮ ਕਰਨੀ ਹੈ। ਹੁਣ ਇਹ ਤਾਂ ਨਾ ਤਾਂ ਇਹ ਜ਼ੁਲਮ ਵਾਲੀ ਗੱਲ ਇੱਥੇ ਰਹਿ ਗਈ ਆ, ਤੇ ਨਾ ਹੁਣ ਰਹਿ ਗਈ ਆ ਕਿ ਮਜ਼ਾਰਿਆਂ ਦੀ ਗੱਲ, ਹੁਣ ਤਾਂ ਆਜ਼ਾਦੀ ਲੈਣੀ। ਸੋ ਇਹ ਜੰਗੇ ਆਜ਼ਾਦੀ ਸੀ ਪੰਜਾਬ ਦੀ, ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਇਹ ਬਹੁਤ ਘੱਟ ਗੱਲ ਕਰਦੇ ਆ, ਜਾ ਕੇ ਇਤਿਹਾਸਕਾਰ ਵੀ ਘੱਟ ਕਰ, ਆਈ ਡੋਂਟ ਨੋ ਉਹਨਾਂ ਦਾ ਰੀਜ਼ਨ ਕੀ ਆ। ਬਸ ਜੀ ਮੁਸਲਮਾਨ ਸਿੱਖ ਲੜਦੇ ਆ, ਇਹਨੂੰ ਬਣਾਈ ਜਾਂਦੇ ਆ। ਹਾਲਾਂਕਿ ਆਪਾਂ ਇਹਨਾਂ ਪ੍ਰੋਗਰਾਮਾਂ 'ਚ ਦੱਸ ਦਿੰਦੇ ਆ ਵੀ ਉਹ ਜਿਹੜੇ ਸੁਬੇਗ ਸਿੰਘ ਵਰਗੇ ਜਿਹੜੇ ਬੰਦੇ ਸੀਗੇ, ਉਹ ਲਾਹੌਰ ਦੇ ਕੋਤਵਾਲ ਲਾਇਓ ਸੀਗੇ, ਜ਼ਕਰੀਆ ਖਾਂ ਹੋਣੀ ਭੇਜਦੇ ਸੀ। ਇਹ ਸੀਗੀ ਗੱਲ। ਖੈਰ ਐਨੀਵੇ, ਇਹ ਤਾਂ ਦੂਜੀ ਗੱਲ ਹੋ ਗਈ। ਹੁਣ ਆਪਾਂ ਇੱਥੇ ਆਉਂਦੇ ਹਾਂ ਵੀ ਇਹਦੀ ਨੇਚਰ ਤਾਂ ਇਹੀ ਸੀਗੀ ਵੀ ਇਹ ਜੰਗੇ ਆਜ਼ਾਦੀ ਸੀਗੀ। ਇਹ ਜਿਹੜੀ ਸੀਗੀ ਪੰਜਾਬ ਦੀ ਆਜ਼ਾਦੀ ਦੇ ਲਈ ਲੜਾਈ ਹੋ ਰਹੀ ਸੀ, ਜਿਹਦੇ ਵਿੱਚ ਪੰਜਾਬ ਦੀਆਂ ਤਿੰਨੇ ਹੀ ਕਮਿਊਨਿਟੀਆਂ ਰਲ ਕੇ ਲੜ ਰਹੀਆਂ ਸੀਗੀਆਂ, ਜਿਹਦੀ ਲੀਡਰਸ਼ਿਪ ਸਿੱਖ ਮਿਸਲਾਂ ਦੇ ਹੱਥ ਵਿੱਚ ਸੀਗੀ ਜਾ ਕੇ। ਪਰ ਇਹ ਜਿਹੜੀ ਆਜ਼ਾਦੀ ਦੀ ਜੰਗ ਸੀ, ਇਹ ਵਿਰੁੱਧ ਤਾਂ ਮੁਗਲਾਂ ਦੇ ਹੀ ਸੀ ਉਸ ਵੇਲੇ। ਥਿੰਨ ਸਾਹਿਬ, ਇਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਸੀ। ਇਹ ਹੁਣ ਆਪਾਂ ਜਿੱਦਾਂ ਇਹਦੇ ਕੀਤਾ, ਇਹ ਜਿਹੜੇ ਮੁਗਲਾਂ ਦੇ ਵਿਰੁੱਧ ਵੀ ਸੀਗੀ ਜਾ ਕੇ, ਇਹ ਫਿਰ ਅਫਗਾਨਾਂ ਦੇ ਵਿਰੁੱਧ ਵੀ ਸੀਗੀ ਜਾ ਕੇ, ਇਹ ਮਰਾਠਿਆਂ ਦੇ ਵਿਰੁੱਧ ਵੀ ਸੀਗੀ। ਮੈਂ ਤੁਹਾਨੂੰ ਦੱਸਦਾ ਗੱਲ ਜਾ ਕੇ। ਇਹ ਹੁਣ ਪੰਜਾਬ ਦੇ ਵਿੱਚ ਉਸ ਵੇਲੇ 4 ਸ਼ਕਤੀਆਂ ਸੀਗੀਆਂ ਜਿਹੜੀਆਂ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਲਈ ਕਿ ਜ਼ੋਰ ਲਾ ਰਹੀਆਂ ਸੀ। ਨੰਬਰ 1 ਤਾਂ ਮੁਗਲ ਸੇ ਜਿਹੜੇ ਸੀਗੇ, ਰਾਜ ਕਰਦੇ ਪਹਿਲਾਂ ਸੀਗੇ ਜਾ ਕੇ। ਨੰਬਰ 2 ਤੇ ਅਫਗਾਨ ਸੀਗੇ, ਜਿਹੜੇ ਆਉਂਦੇ ਆ ਉੱਥੇ ਅਹਿਮਦ ਸ਼ਾਹ ਅਬਦਾਲੀ ਵਾਲਾ ਗਰੁੱਪ ਜਿਹੜਾ ਸੀਗਾ, ਉਹ ਆ ਕੇ ਹਮਲਾ ਕਰਦਾ ਸੀਗਾ। ਤੀਜੇ ਮਰਾਠੇ ਸੀ, ਜਿਹਨਾਂ ਦੀ ਗੱਲ ਬਹੁਤ ਘੱਟ ਕਰਦੇ ਆ। ਹੁਣ ਮੈਂ ਤੁਹਾਨੂੰ ਦੱਸਦਾ ਸਾਹਿਬ, ਮਰਾਠਿਆਂ ਦੀ ਇੰਨੀ ਪਾਵਰ ਵੱਧ ਗਈ ਸੀਗੀ ਜਾ ਕੇ ਉਦੋਂ 18ਵੀਂ ਸਦੀ ਵਿੱਚ, ਵੀ ਦਿੱਲੀ ਦਾ ਬਾਦਸ਼ਾਹ ਉਹਨਾਂ ਦੀ ਮਰਜ਼ੀ ਨਾਲ ਲੱਗਦਾ ਸੀ। ਉਹਨਾਂ ਦਿੱਲੀ ਦਾ ਬਾਦਸ਼ਾਹ ਜਿਹੜਾ ਹੈਗਾ, ਉਹਨਾਂ ਦੀ ਈਣ ਭਰਦਾ ਸੀ। ਉਹ ਜੋ ਕਹਿੰਦੇ ਸੀ ਉੱਦਾਂ ਕਰਦੇ ਸੀ, ਜਿਹਨੂੰ ਉਹ ਸਪੋਰਟ ਦਿੰਦੇ ਸੀ। ਉੱਥੋਂ ਤੁਰ ਕੇ ਆ ਕੇ ਮਰਾਠਿਆਂ ਨੇ ਪੰਜਾਬ ਦੇ ਵਿੱਚ ਆ ਕੇ ਇੰਨਾ ਦਖਲ ਕੀਤਾ ਵੀ ਪੰਜਾਬ ਦੇ ਵਿੱਚ ਉਹਨੇ ਆਪਣਾ ਗਵਰਨਰ ਬਣਾਇਆ ਲਿਆ ਕੇ। ਤੁਸੀਂ ਯਾਦ ਹੋਣੀ, ਅਦੀਨਾ ਬੇਗ ਨੂੰ ਨਹੀਂ ਬਣਾਇਆ ਸੀਗਾ ਜਾ ਕੇ। ਮਰਾਠਿਆਂ ਨੇ ਪੰਜਾਬ ਦੇ ਵਿੱਚ ਆਪਣਾ ਗਵਰਨਰ ਬਣਾ ਲਿਆ ਸੀਗਾ। ਨਾ ਅਬਦਾਲੀ ਦਾ ਗਵਰਨਰ ਵੀ ਕੱਢ ਦਿੱਤਾ, ਮੁਗਲਾਂ ਦੇ ਵੀ ਕੱਢ ਦਿੱਤੇ, ਬਾਕੀ ਸਿੱਖਾਂ ਦਾ ਵੀ ਤਾਂ ਉਸ ਵੇਲੇ ਹੈ ਨਾ ਸੀ ਰੋਲ ਜਾ ਕੇ। ਸੋ ਅਦੀਨਾ ਬੇਗ ਨੇ ਆਪਣਾ ਗਵਰਨਰ ਬਣਾਇਆ। ਇਹ ਤੋਂ ਅੱਗੇ ਹੋਰ ਆ ਜਾਓ, 1758 ਦੇ ਵਿੱਚ, ਮੇਰਾ ਖਿਆਲ ਮਈ ਦੇ ਮਹੀਨੇ ਦੀ ਗੱਲ ਹੈ ਜੀ, ਮੈਨੂੰ ਡੇਟ ਵੀ ਯਾਦ ਹੈ, ਪਿਸ਼ਾਵਰ ਦੇ ਵਿੱਚ ਮਰਾਠੇ ਲੜੇ ਅਫਗਾਨਾਂ ਦੇ ਨਾਲ, ਪਿਸ਼ਾਵਰ 'ਚ ਜਾ ਕੇ, ਔਰ ਉਹਨੇ ਹਰਾਏ ਪਿਸ਼ਾਵਰ ਦੇ ਵਿੱਚ ਮਰਾਠੇ। ਸੋ ਮਰਾਠਾ ਇਨਫਲੂਐਂਸ ਇੰਨਾ ਵੱਧ ਗਿਆ ਸੀਗਾ। ਸੋ 3 ਪਾਵਰਾਂ ਹੋ ਗਈਆਂ ਜੀ। ਚੌਥੀ ਪਾਵਰ ਮਿਸਲਾਂ ਦੀ ਪਾਵਰ ਸੀ। ਹੁਣ ਇਹਨਾਂ 4 ਪਾਵਰਾਂ ਦੇ ਵਿੱਚੋਂ ਪਾਵਰ ਮਗਰੋਂ ਲੈ ਕੇ ਮਿਸਲ ਕੱਢ ਕੇ ਪੰਜਾਬ ਦੇ ਉੱਤੇ ਲਿਬਰੇਟ ਕਰਾਇਆ ਮਿਸਲਾਂ ਨੇ। ਉਹਨੀ ਪੰਜਾਬ ਦੇ ਉੱਤੇ ਕਬਜ਼ਾ ਕਰ ਲਓ, ਜਾ ਕੇ ਲਓ ਪੰਜਾਬ ਨੂੰ ਲਿਬਰੇਟ, ਜਿਹਦੀ ਲੀਡਰਸ਼ਿਪ ਸਿੱਖਾਂ ਦੇ ਕੋਲੇ ਸੀ, ਜਿਹਦੀ ਲੀਡਰਸ਼ਿਪ 100% ਸਿੱਖਾਂ ਦੇ ਕੋਲ। ਔਰ ਦੂਜੇ ਪਾਸੇ ਜਿਹੜੇ ਬਾਕੀ ਇਤਿਹਾਸਕਾਰ ਨੇ, ਜਿਹਨਾਂ ਨੂੰ ਤੁਸੀਂ ਕੰਡੈਮ ਕਰ, ਜਿਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਗਲਤ ਗੱਲ ਦੱਸ ਰਹੇ ਨੇ, ਜੇ ਮੁਗਲ ਸੀ ਇੱਕ ਸ਼ਕਤੀ, ਇੱਕ ਜਿਹੜੀ ਪਾਵਰ ਗਰੁੱਪ ਸੀ ਉਹ ਮੁਗਲ ਸੀ, ਦੂਜਾ ਸੀ ਅਫਗਾਨਿਸਤਾਨ ਦਾ ਸੀ, ਦੋਨੇ ਹੀ ਮੁਸਲਮਾਨ ਗਰੁੱਪ ਨਾ। ਥਿੰਨ ਸਾਹਿਬ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ। ਨਹੀਂ, ਠੀਕ ਹੈ। ਉਹਨਾਂ ਦੇ ਜਿਹੜੇ ਬਾਦਸ਼ਾਹ ਸੀਗੇ, ਉਹਨਾਂ ਦਾ ਮਜ਼ਹਬ ਮੁਸਲਮਾਨ ਸੀ। ਉਹਨਾਂ ਦਾ ਮਰਾਠੇ ਜਿਹੜੇ ਸੀਗੇ, ਉਹਨਾਂ ਦਾ ਮਜ਼ਹਬ ਹਿੰਦੂ ਸੀ। ਠੀਕ ਹੈ ਨਾ। ਸਿੱਖ ਲੀਡਰਸ਼ਿਪ ਦਾ ਮਜ਼ਹਬ ਸਿੱਖ ਸੀਗਾ ਸੀ। ਪਰ ਇਹ ਲੜਾਈਆਂ ਇਦਾਂ ਦਾ ਸੀ ਹੈ ਜਾ ਕੇ, ਇਹ ਲੜਾਈਆਂ ਮਜ਼ਹਬ ਨਹੀਂ ਸੀ, ਪਰ ਲੀਡਰਸ਼ਿਪ ਇਦਾਂ ਸੀ। ਹੁਣ ਅਸੀਂ ਆਉਂਦੇ ਹਾਂ ਅਹਿਮਦ ਸ਼ਾਹ ਅਬਦਾਲੀ ਤੇ। ਥਿੰਨ ਸਾਹਿਬ, ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪਾਂ ਕਹਿ ਸਕਦੇ ਹਾਂ ਅਫਗਾਨਿਸਤਾਨ ਦਾ ਜਨਮਦਾਤਾ, ਜਿਹਨੇ ਅਫਗਾਨਿਸਤਾਨ ਨੂੰ ਵਜੂਦ ਦੇ ਵਿੱਚ ਲਿਆਂਦਾ 1747 ਦੇ ਵਿੱਚ। ਬਿਲਕੁਲ। ਔਰ ਏਸ਼ੀਆ ਦਾ ਵਨ ਆਫ ਦੀ ਬੈਸਟ ਜਨਰਲ ਜਿਹੜਾ ਸੀ, ਜਿਹੜਾ ਤਰਥੱਲੀਆਂ ਪਾਉਂਦਾ ਸੀ। ਥਿੰਨ ਸਾਹਿਬ, ਜਦੋਂ ਆਪਣੇ ਅਹਿਮਦ ਸ਼ਾਹ ਅਬਦਾਲੀ ਦਾ ਜੰਗਜੂਆਂ ਦਾ ਲਸ਼ਕਰ ਜਿਹੜਾ ਸੀ ਕਾਬਲ ਤੋਂ ਤੁਰਦਾ ਸੀਗਾ, ਤਾਂ ਉਸ ਵੇਲੇ ਪਿਸ਼ਾਵਰ ਕਿਆ, ਲਾਹੌਰ ਕਿਆ, ਦਿੱਲੀ ਕਿਆ, ਦੱਖਣ ਤੱਕ ਭੱਜਣਾ ਪੈ ਜਾਣੀ ਅਸੀਂ ਜਾ ਕੇ। ਅੱਛਾ। ਅਬਦਾਲੀ ਤੁਰ ਪਿਆ ਉੱਥੋਂ, ਜ਼ਿਆਦਾ ਪਤਾ ਲੱਗਦਾ ਸੀ ਵੀ ਅਬਦਾਲੀ ਤੁਰ ਪਿਆ, ਸਾਰੇ ਭਾਜਣਾ ਪੈ ਜਾਂਦੇ ਸੀ। ਇੰਨਾ ਉਸ ਦਾ ਟੈਰਰ ਸੀ, ਦਹਿਸ਼ਤ ਇੰਨੀ ਸੀ ਅਬਦਾਲੀ ਦੀ ਵੀ ਅਬਦਾਲੀ ਦੇ ਸਾਹਮਣੇ ਸਾਰੇ ਛੱਡ ਜਾਂਦੇ ਸੀ। ਬਹੁਤੇ ਤਾਂ ਉੱਦਾਂ ਹੀ ਕਹਿੰਦੇ ਲੜਦੇ ਹੀ ਨਹੀਂ ਸੀ, ਉੱਦਾਂ ਹੀ ਨਾਲ ਰਲਦੇ ਜਾਂਦੇ ਸੀਗੇ। ਔਰ ਆਪਣੇ ਜਿਹੜੇ ਸਿੱਖ ਮਿਸਲਾਂ ਸੀ, ਇਹ ਵੀ ਆਪਣਿਆਂ ਨੂੰ ਲੈ ਕੇ ਜੰਗਲਾਂ 'ਚ ਦੌੜ ਜਾਂਦੇ ਹੁੰਦੇ ਸੀ। ਜੰਗਲਾਂ 'ਚ ਆਪਣੇ ਸਾਰੇ ਸੋਲਜਰ ਜਿੰਨੇ ਸੀ, ਉਹਨਾਂ ਨੂੰ ਲੈ ਕੇ ਜੰਗਲਾਂ 'ਚ ਚੱਲ ਜਾਣਾ। ਅਹਿਮਦ ਸ਼ਾਹ ਅਬਦਾਲੀ ਆ ਗਿਆ, ਅਹਿਮਦ ਸ਼ਾਹ ਅਬਦਾਲੀ ਆ ਗਿਆ। ਕੀ ਉਹਨੂੰ ਕਹਿੰਦੇ ਸੀ, ਖਾਧਾ ਪੀਤਾ ਲਾਏ ਦਾ। ਇੱਕ ਇਤਿਹਾਸਕਾਰ ਨੇ ਵੀ ਲਿਖਿਆ, ਕਹਿੰਦਾ ਜਿਵੇਂ ਹੜ੍ਹ ਦੇ ਪਾਣੀ ਅੱਗੇ ਘਾਹ ਫੂਸ ਉੱਡਦੇ ਜਾਂਦੇ ਸੀ। ਜਿਸ ਵੇਲੇ ਤੁਰ ਪਿਆ ਸੀ, ਉਹਨੂੰ ਪਤਾ ਸੀ ਵੀ ਨਹੀਂ, ਇਹਨੂੰ ਖੜਨਾ ਕਿਸੇ ਨੇ ਨਹੀਂ। ਸੋ ਐਡਾ ਵੱਡਾ ਜਨਰਲ ਜਿਹੜਾ ਸੀ, ਐਡੀ ਜਿਹੜੀ ਦਹਿਸ਼ਤ ਸੀਗੀ ਜਾ ਕੇ, ਉਹ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦੇ ਹੱਥੋਂ ਕਿੱਦਾਂ ਹਾਰ ਗਿਆ ਜਾ ਕੇ। ਠੀਕ ਹੈ ਜੀ। ਉਹਦੇ ਹਾਰਨ ਦੇ ਕਾਰਨ ਆਪਾਂ ਵੀ ਇਹ ਵੀ ਦੇਖਣੇ ਆ ਜੀ, ਹਾਰਨ ਦੇ ਕਾਰਨ। ਪਹਿਲਾਂ ਤਾਂ ਕੁਛ ਕਾਰਨ ਮੈਂ ਤੁਹਾਨੂੰ ਦੱਸਦਾ, ਇਤਿਹਾਸ ਦੇ ਵਿੱਚ
ਇਤਿਹਾਸ ਕਈ ਵਾਰ ਹੋਰ ਤਰ੍ਹਾਂ ਚੱਲਦਾ। ਉੱਦਾਂ ਮੈਂ ਤੁਹਾਨੂੰ ਦੱਸਦਾ, ਸਭ ਤੋਂ ਵੱਡਾ ਜਿਹੜਾ ਕਾਰਨ ਇੱਕ ਸੀਗਾ ਨਾ ਜੀ, ਉਹ ਸੀਗਾ ਵੀ ਅਬਦਾਲੀ ਇੰਟਰਸਟਿਡ ਹੀ ਨਹੀਂ ਸੀ ਇੰਡੀਆ 'ਤੇ ਰਾਜ ਕਰਨ। ਅੱਛਾ ਜੀ। ਉਹ ਲੁੱਟ ਮਾਰ 'ਚ ਇੰਟਰਸਟਿਡ ਸੀ। ਉਹਦਾ ਮਾਲ ਸੀ ਵੀ ਇੱਥੋਂ ਲੁੱਟ ਲਓ, ਪੈਸੇ ਪੂਸੇ ਲੈ ਜਾਓ, ਪੈਸੇ ਪੂਸੇ। ਉਹਦਾ ਮੇਨ ਇੰਟਰਸਟ ਜਿਹੜਾ ਉਹ ਸੀਗਾ ਹੀ ਕਾਬਲ। ਉਹ ਇੱਦਾਂ ਬਾਬਰ ਵਾਂਗ ਛੱਡ ਕੇ ਇੱਥੇ ਰਾਜ ਨਹੀਂ ਸੀ ਕਰਨਾ ਚਾਹੁੰਦਾ। ਉਹ ਮਹਿਮੂਦ ਗਜ਼ਨੀ ਵਾਂਗ ਲੁੱਟ ਕੇ ਹੀ ਜਾਣਾ ਚਾਹੁੰਦਾ ਹੁੰਦਾ ਸੀ, ਜਾ ਕੇ ਵੀ ਜਿੰਨਾ ਇੱਥੋਂ ਲੁੱਟ ਕੇ ਲੈ ਜਾਓ, ਬਾਕੀ ਠੀਕ ਕਾਬਲ 'ਚ ਰਹੋ, ਹੈ, ਆਪਣਾ ਗਵਰਨਰ ਬਣਾ ਦਿਓ, ਪਰ ਕਾਬਲ ਨੂੰ ਠੀਕ ਰੱਖੋ। ਸੋ ਇੱਕ ਤਾਂ ਬੜਾ ਇੰਟਰਸਟ ਸੀ ਵੀ ਉਹਦਾ ਇੰਟਰਸਟ ਨਹੀਂ ਸੀ ਇਹਦੇ ਵਿੱਚ। ਦੂਜਾ ਕਾਰਨ ਇਹ ਸੀ ਵੀ ਉਹ ਕਾਬਲ ਪੀਸਫੁਲ ਨਹੀਂ ਸੀ ਰਹਿੰਦਾ ਜਦੋਂ ਛੱਡਦਾ ਸੀਗਾ। ਇਹ ਪਠਾਣਾਂ ਦੇ ਵਿੱਚ ਰੌਲਾ ਬਹੁਤ ਪੈਂਦਾ ਸੀ, ਮਗਰੋਂ ਉਹਦੇ ਜਿਹੜੇ ਵਿਦਰੋਹ ਹੋਣ ਲੱਗ ਪੈਂਦੇ ਸੀਗੇ, ਬਗਾਵਤਾਂ ਹੋਣ ਲੱਗ ਪੈਂਦੀ ਸੀ। ਹੋਰ ਕਈ ਉਹਦੇ ਹਮਲਿਆਂ ਵਿੱਚ ਤੁਹਾਨੂੰ ਯਾਦ ਹੋਣਾ, ਉਹ ਵਿੱਚੇ ਛੱਡ ਕੇ ਦੌੜਦਾ ਹੁੰਦਾ ਸੀ, ਵਾਪਸ ਆਉਂਦਾ ਸੀ ਜਾ ਕੇ, ਕਿਉਂਕਿ ਉਹਨੂੰ ਪਿੱਛੇ ਰੌਲਾ ਪਿਆ। ਹੁਣ ਉਹਨੂੰ ਇਹ ਪਤਾ ਸੀ ਵੀ ਜੇ ਕਾਬਲ ਮੇਰੇ ਹੱਥੋਂ ਚਲੇ ਗਿਆ ਤਾਂ ਫਿਰ ਮੇਰੇ ਹੱਥੋਂ ਸਭ ਕੁਝ ਚਲੇਗਾ। ਉਹਦਾ ਇੰਟਰਸਟ ਇਹ ਸੀ, ਕਿਉਂਕਿ ਉਹ ਮੁਲਕ ਆਪ ਪੈਦਾ ਕੀਤਾ ਸੀ, ਹੁਣ ਉਹ ਮੁਲਕ ਬਣਾਇਆ ਸੀ, ਜਨਮਦਾਤਾ ਸੀ ਉਹ ਅਫਗਾਨਿਸਤਾਨ ਦਾ। ਇਸ ਕਰਕੇ ਮੇਨ ਚੀਜ਼ ਉਹਦੀ ਸੀ ਅਫਗਾਨਿਸਤਾਨ 'ਤੇ ਰੂਲ ਕਰਨਾ, ਹਿੰਦੁਸਤਾਨ 'ਤੇ ਰੂਲ ਕਰਨਾ ਉਹਦਾ ਇੰਟਰਸਟ ਹੈ ਨਾ ਸੀ। ਇਹ ਦੋ ਬੜੇ ਕਾਰਨ ਤਾਂ ਇਹ ਸੀ। ਤੀਜਾ ਕਾਰਨ ਇਹ ਸੀਗਾ ਜਾ ਕੇ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ, ਉਹ ਗਰੀਲਾ ਵਾਰਫੇਅਰ ਲਈ ਯੂਜ਼ ਟੂ ਨਹੀਂ ਸੀ। ਉਹ ਜਿਹੜਾ ਸੀ ਸਿੱਧੀ ਬੈਟਲ ਲੜਨ ਲਈ ਯੂਜ਼ ਟੂ ਸੀ। ਆਮਣੋ ਸਾਹਮਣੇ ਉਹਦੇ ਸਾਹਮਣੇ ਕੋਈ ਨਹੀਂ ਸੀ ਖੜਦਾ। ਇਹਦੇ ਕੋਈ ਖੜਿਆ ਵੀ ਨਹੀਂ ਹੈ, ਜਿੰਨੇ ਉਹਨੇ ਹਮਲੇ ਕੀਤੇ ਆਮਣੋ ਸਾਹਮਣੇ ਨਹੀਂ ਕੋਈ ਵੀ ਖੜਿਆ ਉਹਦੇ ਸਾਹਮਣੇ। ਇੱਕ ਜਿਹੜੀ ਪਹਿਲੀ ਲੜਾਈ ਹੈ, ਪਹਿਲੀ ਲੜਾਈ ਦੇ ਵਿੱਚ ਜਦੋਂ ਉਹਦਾ ਬਰੂਦ ਫਟ ਗਿਆ, ਉਸ ਵੇਲੇ ਉਹਨੂੰ ਦੌੜਨਾ ਪਿਆ, ਕਿਉਂਕਿ ਉਹਦੇ ਸਾਰੇ ਬਰੂਦ ਨੂੰ ਅੱਗ ਲੱਗ ਗਈ ਸੀ। ਨਹੀਂ ਉਹਦੇ ਸਾਹਮਣੇ ਕੋਈ ਨਹੀਂ ਹੋਇਆ। ਸਿੱਖਾਂ ਦੇ ਵਿੱਚ ਵੀ ਤੁਸੀਂ ਦੇਖੋ, ਮਿਸਲਾਂ ਨੇ ਵੀ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ 6ਵੇਂ ਹਮਲੇ ਵਿੱਚ ਜਿਸ ਵੇਲੇ ਘੱਲੂਘਾਰੇ ਵਿੱਚ ਇੱਕ ਵਾਰ ਲੜਾਈ ਹੋਈ ਤਾਂ 20-25 ਹਜ਼ਾਰ ਉਹਨੂੰ ਕਤਲ ਕਰਕੇ ਸਿਰ ਦਿੱਤਾ ਜਾ ਕੇ। ਪਿੱਛੇ ਲੜਾਈ ਨਹੀਂ ਸੀ ਉਹਨਾਂ ਲੜਦਾ, ਗੁਰੀਲਾ ਵਾਰਫੇਅਰ ਉਹਨੂੰ ਆਉਂਦਾ ਨਹੀਂ ਸੀ ਜਾ ਕੇ। ਸੋ ਇਹ ਤਾਂ ਕਾਰਨ ਜਿਹੜੇ ਸੀਗੇ, ਜਿਹੜੇ ਅਬਦਾਲੀ ਦੇ ਨਾਲ ਸੰਬੰਧਿਤ ਸੀਗੇ ਜਾ ਕੇ, ਇਹ ਤਾਂ ਕਿ ਉਹ ਕਿਉਂ ਨਹੀਂ ਜਿੱਤ ਸਕਿਆ ਇਸ ਗੱਲ ਦੇ ਵਿੱਚ। ਅਗਲੀ ਗੱਲ ਹੁਣ ਦੂਜੇ ਪਾਸੇ ਆਉਂਦੇ ਆ, ਜਿਹੜੀ ਸਿੱਖ ਲੀਡਰ, ਹੁਣ ਸੋਲਜਰਾਂ ਦੀ ਗੱਲ ਮੈਂ ਤੁਹਾਨੂੰ ਕਰਦਾ। ਜਿਹੜੇ ਮੁਗਲਾਂ ਦੇ ਸੋਲਜਰ ਸੀਗੇ, ਇਹ ਤਾਂ ਬਹੁਤੇ ਲੜਾਕੇ ਨਹੀਂ ਸੀ। ਅੱਛਾ, ਇਹ ਮੁਗਲ ਸੋਲਜਰ ਜੰਗਜੂ ਸੋਲਜਰ ਨਹੀਂ ਸੀ, ਬਹੁਤੇ ਨਹੀਂ ਸੀ ਜੰਗ। ਪਠਾਨ ਬਹੁਤ ਤਕੜੇ ਸੋਲਜਰ ਸੀਗੇ, ਮਰਹੱਟੇ ਬਹੁਤ ਤਕੜੇ ਸੋਲਜਰ ਸੀ, ਤਾਂ ਇਹ ਮਿਸਲਾਂ ਦੇ ਜਿਹੜੇ ਸੋਲਜਰ ਸੀ, ਇਹ ਬਹੁਤ ਤਕੜੇ ਸੋਲਜਰ ਸੀ। ਥਿੰਨ ਸਾਹਿਬ ਮਿਸਲਾਂ ਦੇ ਜਿਹੜੇ ਘੋੜਸਵਾਰ ਸੀਗੇ ਨਾ, ਇਹਨਾਂ ਦੀ ਹਾਲਤ ਇਹ ਸੀ, ਇੰਨੀ ਨਿਪੁੰਨ ਸੀਗੇ ਉਹਦੇ ਵਿੱਚ, ਸਰਪੱਟ ਜਾਂਦਾ ਘੋੜਾ ਨਾ, ਉਹ ਤੇ ਥਪਕੀ ਮਾਰਦੇ ਸੀ, ਇੱਕਦਮ ਖੜ ਜਾਂਦਾ ਸੀ ਘੋੜਾ ਇੱਕ ਥਪਕੀ ਦੇ ਨਾਲ। ਇੰਨਾ ਕੰਟਰੋਲ ਸੀ ਇਹਨਾਂ ਦਾ ਉਸ ਦੇ। ਤਾਂ ਸਿੱਖ ਜਿਹੜੇ ਸਿੱਖ ਸੋਲਜਰ ਜਾਂ ਮਿਸਲ ਸੋਲਜਰ ਜਿਹੜੇ ਸੀਗੇ, ਉਹ ਘੋੜਸਵਾਰ ਬਹੁਤ ਤਕੜੇ ਸੀ ਤੇ ਜੰਗਜੂ ਬਹੁਤ ਤਕੜੇ ਸੀ। ਤੇ ਇਹ ਮੁਗਲਾਂ ਵਾਲੇ ਤਾਂ ਹੈ ਨਾ ਸੀ, ਮੁਗਲਾਂ ਵਾਲੇ ਤਾਂ ਯਾਸ਼ ਹੋਏ ਸੀਗੇ, ਇਹ ਦਸੀਆਂ ਬਹੁਤੇ ਜਾ ਕੇ। ਅਫਗਾਨ ਸੀਗੇ, ਅਬਦਾਲੀ ਦੇ ਸੀਗੇ, ਮਰਹੱਟੇ ਸੀਗੇ, ਇਹ ਤਿੰਨ ਸੀਗੇ। ਇੱਕ ਤਾਂ ਇਹ ਆ ਵੀ ਸਿੱਖ ਲੀਡਰਸ਼ਿਪ ਬਹੁਤ ਵਧੀਆ ਸੀ ਉਸ ਵੇਲੇ। ਸਿੱਖ ਲੱਕੀ ਸੀਗੇ ਵੀ ਇਹਨਾਂ ਨੂੰ ਉੱਥੇ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਵਰਗੇ ਲੀਡਰ ਉਸ ਵੇਲੇ ਮਿਲੇ, ਔਰ ਜਿਹਨੇ ਇਹ ਮੂਵਮੈਂਟ ਨੂੰ ਜਿਹੜਾ ਹੈਗਾ ਸਿਰੇ ਚੜਾਇਆ। ਅਗਲੀ ਜਿਹੜੀ ਮੈਂ ਹੁਣੇ ਗੱਲ ਕਰਕੇ ਹਟਿਆ, ਉਹ ਇਹੀ ਹੈਗੀ ਹੈ ਜਾ ਕੇ ਗੁਰੀਲਾ ਵਾਰਫੇਅਰ। 1992 ਤੋਂ ਵਿਜ਼ਨ ਟੀਵੀ ਤੇ ਤੁਸੀਂ ਵੇਖਦੇ ਆ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਧਾਰਮਿਕ, ਸਮਾਜਿਕ, ਰਾਜਨੀਤਿਕ ਸੈਗਮੈਂਟਸ ਦੇ ਨਾਲ ਪਰਿਵਾਰਕ ਗੀਤ, ਸੰਗੀਤ ਅਤੇ ਮਨੋਰੰਜਨ ਦਾ ਗੁਲਦਸਤਾ। ਹਰ ਸ਼ਨੀਵਾਰ ਦੀ ਸ਼ਾਮ 6 ਵਜੇ ਪੈਸੀਫਿਕ ਅਤੇ 9 ਵਜੇ ਈਸਟਰਨ। ਦੇਸ਼ ਪ੍ਰਦੇਸ਼। ਹੁਣ ਜਿਹੜੇ ਰੀਜ਼ਨ ਆਪਾਂ ਦੇਖ ਰਹੇ ਸੀ ਕਿ ਮਿਸਲਾਂ ਦੇ ਜਿੱਤਣ ਦੇ ਕਾਰਨ ਕੀ ਹੈ, ਇਹ ਅਹਿਮਦ ਸ਼ਾਹ ਅਬਦਾਲੀ ਦੀਆਂ ਜਿਹੜੀਆਂ ਆਪਣੀਆਂ ਪ੍ਰੋਬਲਮਾਂ ਸੀਗੀਆਂ, ਜਿਹੜੀਆਂ ਉਹਦੀਆਂ ਆਪਣੀਆਂ ਲਿਮਿਟੇਸ਼ਨ ਸੀ, ਉਹ ਆਪਾਂ ਡਿਸਕਸ ਕਰ ਲਈਆਂ ਜੀ। ਬਿਲਕੁਲ। ਹੁਣ ਇਹ ਆ ਵੀ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਸੀਗਾ ਪੰਜਾਬ ਦੇ ਵਿੱਚ ਜਿੱਤਣ ਦਾ, ਵੀ ਸਿੱਖ ਮਿਸਲਾਂ ਨੇ ਇਹਨੂੰ ਧਰਮ ਯੁੱਧ ਨਹੀਂ ਬਣਨ ਦਿੱਤਾ। ਉਹਨੇ ਇਹ ਨਹੀਂ ਬਣਨ ਦਿੱਤਾ ਜਾ ਕੇ ਵੀ ਇਹ ਜਿਹੜਾ ਯੁੱਧ ਹੈਗਾ ਸਿੱਖਾਂ ਦਾ ਤਾਂ ਮੁਸਲਮਾਨਾਂ ਦਾ ਆ। ਹਾਲਾਂਕਿ ਦਿੱਲੀ ਦੀ ਸਰਕਾਰ ਨੇ ਵੀ ਔਰ ਵਿੱਚ ਪੰਜਾਬ ਦੇ ਵੀ ਇੱਕ ਦੋ ਗਵਰਨਰਾਂ ਨੇ ਕੋਸ਼ਿਸ਼ ਕੀਤੀ ਹੈ ਇਹਨੂੰ ਜਿਹਾਦ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਕ ਦੋ ਵਾਰ ਉਹਨੇ ਦਿੱਲੀ ਵਾਲਿਆਂ ਨੇ ਕਿਹਾ ਵੀ ਇਹ ਤਾਂ ਜਿਹਾਦ ਆ, ਸਿੱਖਾਂ ਦੇ ਖਿਲਾਫ ਲੜੋ, ਪਰ ਉਹ ਸਿੱਖ ਮਿਸਲਾਂ ਨੇ ਨਹੀਂ ਬਣਨ ਦਿੱਤਾ ਜੀ। ਸਿੱਖ ਮਿਸਲਾਂ ਨੇ ਇਹਨੂੰ ਜਿਹਾਦ ਨਹੀਂ ਬਣਨ ਦਿੱਤਾ, ਇਹਨੂੰ ਪਹਿਲੀ ਸਟੇਜ ਦੇ ਉੱਤੇ ਕਿਸਾਨੀ ਘੋਲੇ ਰੱਖਿਆ ਜਾ ਕੇ। ਅੱਛਾ ਜੀ। ਉਹਨੇ ਕਿਹਾ ਵੀ ਨਹੀਂ, ਇਹ ਪੰਜਾਬ ਦੇ ਕਿਸਾਨਾਂ ਦਾ ਘੋਲ ਹੈ, ਪਹਿਲੀ ਸਟੇਜ ਦੇ ਉੱਤੇ ਜਿਹੜਾ ਲੜਦੇ ਹੈ। ਸੋ ਸਭ ਤੋਂ ਵੱਡਾ ਜਿਹੜਾ ਰੀਜ਼ਨ ਇਹ ਸੀ ਵੀ ਸਿੱਖ ਮਿਸਲਾਂ ਨੇ ਇਹਨੂੰ ਲੋਕ ਯੁੱਧ ਰੱਖਿਆ, ਧਰਮ ਯੁੱਧ ਨਹੀਂ ਬਣਨ ਦਿੱਤਾ ਜਾ ਕੇ। ਇਹ ਸਾਰੇ ਪੰਜਾਬ ਦੇ ਲੋਕਾਂ ਦਾ ਯੁੱਧ ਆ, ਹਰ ਕਿਸਾਨ ਦਾ ਯੁੱਧ ਆ। ਘਰ ਘਰ ਦੇ ਵਿੱਚ ਇਹ ਯੁੱਧ ਚੱਲਦਾ ਸੀਗਾ, ਹਰ ਕਿਸਾਨ ਦੀ ਸਿੰਪਥੀ ਸੀਗੀ ਇਸ ਮੂਵਮੈਂਟ ਦੇ ਨਾਲ ਜਾ ਕੇ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਕਿਉਂਕਿ ਉਹਦੀ ਜ਼ਮੀਨ ਦਾ ਮਸਲਾ ਸੀਗਾ।
ਉਹਦੇ ਨਾਲ ਲੜਾਈ ਸੀ। ਦੂਜਾ ਇਹ ਆ ਵੀ ਉਹ ਜਿਹੜੇ ਰਾਜ ਮੁਗਲਾਂ ਦਾ ਰਾਜ ਸੀਗਾ ਉਹ ਤੋਂ ਬਹੁਤ ਤੰਗ ਆ ਚੁੱਕੇ ਸੀਗੇ, ਅਫਗਾਨਾਂ ਦੀ ਲੁੱਟ ਤੋਂ ਤੰਗ ਆ ਚੁੱਕੇ ਸੀਗੇ। ਉਹ ਚਾਹੁੰਦੇ ਸੀ ਵੀ ਇੱਥੇ ਕੋਈ ਆਪਣਾ ਰਾਜ ਜਿਹੜਾ ਬਣੇ ਜਾ ਕੇ ਪੰਜਾਬ ਦੇ ਵਿੱਚ। ਸੋ ਉਹ ਪੰਜਾਬੀਆਂ ਨੂੰ ਆਪਣਾ ਰਾਜ ਚਾਹੀਦਾ ਸੀਗਾ ਜਾ ਕੇ। ਉਹਦੇ ਲਈ ਸਿੱਖ ਮੂਵਮੈਂਟ ਨੇ ਉਹਨਾਂ ਨੂੰ ਜਿਹੜਾ ਹੈਗਾ ਰਾਹ ਦੱਸਿਆ ਵੀ ਆਹ ਰਾਹ ਹੈਗਾ ਸਾਡਾ। ਔਰ ਉਹਦੇ ਵਿੱਚ ਜਿੱਦਾਂ ਮੁਗਲਾਂ ਦਾ ਤਾਂ ਉਦਾਂ ਹੀ ਬਸ ਹੋਈ ਹੋ ਸੀਗੀ ਇੱਕ ਗੱਲ। ਦੂਜੀ ਗੱਲ, ਜਿੱਥੇ ਤੱਕ ਪਠਾਨ ਆਪਣਾ ਅਫਗਾਨ ਆਉਂਦੇ ਸੀ, ਇਹਨਾਂ ਨੂੰ ਸਦਾ ਹੀ ਬਾਹਰਲੇ ਸਮਝਿਆ ਗਿਆ। ਅਫਗਾਨਿਸਤਾਨ ਪੰਜਾਬੀ ਮੁਸਲਮਾਨਾਂ ਨੇ ਇਹਨਾਂ ਨੂੰ ਆਪਣੇ ਨਹੀਂ ਸਮਝਿਆ। ਉਹਨੇ ਇਹਨਾਂ ਨੂੰ ਬਾਹਰਲੇ ਸਮਝਿਆ ਵੀ ਬਾਹਰਲੇ ਸਾਨੂੰ ਲੁੱਟਣ ਆਉਂਦੇ ਆ, ਬਾਹਰਲੇ ਸਾਨੂੰ ਤੰਗ ਕਰਦੇ ਆ, ਬਾਹਰਲੇ ਸਾਡੀਆਂ ਬਹੂ ਬੇਟੀਆਂ ਦੀ ਇੱਜ਼ਤ ਲੁੱਟ ਰਹੇ ਆ, ਬਾਹਰਲੇ ਸਾਡੀਆਂ ਫਸਲਾਂ ਤਬਾਹ ਕਰਦੇ ਆ, ਸਾਡੀਆਂ ਦੁਕਾਨਾਂ ਲੁੱਟਦੇ ਆ ਕੇ। ਇੱਦਾਂ ਉਹ ਪੇਸ਼ ਹੋਏ। ਇਸ ਕਰਕੇ ਉਹਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ। ਉਹਨੇ ਸਪੋਰਟ ਕੀਤਾ ਇਸ ਮੂਵਮੈਂਟ ਨੂੰ, ਮਿਸਲਾਂ ਵਾਲੀ ਨੂੰ, ਕਿਉਂਕਿ ਉਹ ਪ੍ਰੋਟੈਕਟ ਕਰਦੇ ਸੀ ਉਹਨਾਂ ਨੂੰ। ਲੋਕਲ ਲੋਕ ਸੀ ਔਰ ਉਹਨਾਂ ਨੂੰ ਪ੍ਰੋਟੈਕਸ਼ਨ ਕਰਦੇ ਸੀ। ਹੁਣ ਜੇ ਪਿੰਡ ਦੇ ਉੱਤੇ ਹਮਲਾ ਹੁੰਦਾ ਸੀ ਤਾਂ ਸਿੱਖ ਮਿਸਲਾਂ ਖੜਦੀਆਂ ਸੀ ਜਾ ਕੇ ਉਹਨੂੰ ਭੇਜਾ ਕੇ ਇਹਨੂੰ ਜਿਹੜਾ ਹੈਗਾ ਰੋਕਣਾ ਜਾ ਕੇ। ਸੋ ਬੜੀ ਗੱਲ ਇਹ ਸੀਗੀ ਜਾ ਕੇ ਵੀ ਇਹਨੇ ਉਹਨੂੰ ਲੋਕ ਯੁੱਧ ਰੱਖਿਆ। ਔਰ ਦੂਜੇ ਪਾਸੇ ਲੋਕਾਂ ਨੂੰ, ਖਾਸ ਤੌਰ ਤੇ ਕਿਸਾਨਾਂ ਨੂੰ, ਜੱਟਾਂ ਨੂੰ ਇਹ ਡਰ ਸੀ ਵੀ ਜੇ ਇਹ ਮੂਵਮੈਂਟ ਫੇਲ ਹੋ ਗਈ ਸਾਡੀਆਂ ਜ਼ਮੀਨਾਂ ਫੇਕ ਹੋ ਜਾਣੀਆਂ। ਠੀਕ ਹੈ, ਫੇਰ ਮੁਜ਼ਾਹਰੇ ਬਣ ਜਾਣਾ ਸੀ ਜਾ ਕੇ। ਇਸ ਕਰਕੇ ਇਸ ਗੱਲ ਨੇ ਵੀ ਉਹਨਾਂ ਨੂੰ ਇਸ ਮੂਵਮੈਂਟ ਨਾਲ ਬਹੁਤ ਜੋੜਿਆ ਵੀ ਇਹਨੂੰ ਤਕੜੀ ਕਰੋ, ਇਹ ਆਪਣੀ ਮੂਵਮੈਂਟ ਆ, ਨਹੀਂ ਸਾਡਾ ਫੇਰ ਪਹਿਲਾਂ ਵਾਲਾ ਹਾਲ ਹੋ ਜਾਂਦਾ। ਔਰ ਇਸ ਨੇ ਭੋਏ ਵੱਤਰ ਕਰੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਕਿਉਂਕਿ ਹਿੰਦੂ ਮੁਸਲਮਾਨ ਇਕੱਠੇ ਹੋ ਗਏ ਸਾਰੇ ਜੀ। ਮਹਾਰਾਜੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਇਸ ਗੱਲ ਤੇ। ਅੱਛਾ, ਇੱਕ ਹੁਣ ਕਈ ਤਾਂ ਇਹ ਕਹਿੰਦੇ ਹੁੰਦੇ ਨਾ ਜੀ ਵੀ ਜਿਹੜੀਆਂ ਮੇਜਰ ਤਬਦੀਲੀਆਂ ਉਹ ਡਿਟਰਮਿਨਡ ਮਾਈਨੋਰਿਟੀ ਲਿਆਉਂਦੀ ਹੈ, ਡਿਟਰਮਿਨਡ। ਪਰ ਇੱਥੇ ਤਾਂ ਡਿਟਰਮਿਨਡ ਮੈਜੋਰਿਟੀ ਸੀ, ਸਾਰੇ ਸੀਗੇ ਇਸ ਮੂਵਮੈਂਟ ਦੇ ਮਗਰ। ਸੋ ਇਹ ਵੱਡਾ ਕਾਰਨ ਜਿਹੜਾ ਸੀਗਾ ਇਹ ਆ ਵੀ ਜਿੱਦਾਂ ਆਪਾਂ ਕਹਿ ਲਈਏ ਇਹ ਜਿਹੜੀ ਸੈਂਸਾ ਮੂਵਮੈਂਟ ਸੀਗੀ ਇਹ ਕੌਟ ਦੀ ਇਮੈਜੀਨੇਸ਼ਨ ਆਫ ਦਾ ਪੀਪਲ। ਜਿੱਦਾਂ ਮੈਨੂੰ ਯਾਦ ਆ ਵੀ ਸਾਡੇ ਉਹ ਡਾਕਟਰ ਹੁੰਦੇ ਸੀਗੇ, ਡਾਕਟਰ ਬੱਲ, ਉਹ ਗਦਰ ਪਾਰਟੀ ਦਾ ਇੱਕ ਵਾਰ ਸਾਨੂੰ ਲੈਕਚਰ ਦਿੰਦੇ। ਗਦਰ ਪਾਰਟੀ ਤੇ ਉਹਨੇ ਕਿਹਾ, ਕਹਿੰਦੇ ਇਹਦੇ ਫੇਲ ਹੋਣ ਦਾ ਇੱਕ ਕਾਰਨ ਇਹ ਸੀ ਦੇ ਡਿਡ ਨਾਟ ਕੈਚ ਦੀ ਇਮੈਜੀਨੇਸ਼ਨ ਆਫ ਦਾ ਪੀਪਲ। ਲੋਕਾਂ ਦੀ ਇਹਨੇ ਇਮੈਜੀਨੇਸ਼ਨ ਫੜਿਆ, ਲੋਕਾਂ ਨੂੰ ਦਿਸਣ ਲੱਗ ਪਿਆ ਵੀ ਇਹ ਗੱਲ ਹੋ ਗਈ ਹੈ ਜਾ ਕੇ। ਇਸ ਕਰਕੇ ਉਹ ਜਿਹੜਾ ਹੈਗਾ ਉਹਦੇ ਨਾਲ। ਦੂਜੀ ਗੱਲ ਇਹ ਹੈ ਸੈਨ ਸਾਹਿਬ, ਇਹ ਜਿਹੜੇ ਦਿੱਲੀ ਦੇ ਸਰਕਾਰ ਤੇ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ। ਇਹ ਆਪਸ ਵਿੱਚ ਵੀ ਲੜਦੇ ਰਹਿੰਦੇ ਸੀ ਤੇ ਨਾਦਰ ਸ਼ਾਹ ਦੇ ਹਮਲੇ ਨੇ ਤੇ ਆਪਣੇ ਅਹਿਮਦ ਸ਼ਾਹ ਦੇ ਹਮਲਿਆਂ ਨੇ ਇਹਨਾਂ ਮੁਗਲਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ। ਉਹ ਇੰਨੇ ਵੇ ਸਿੱਖਾਂ ਦੀ ਮਦਦ ਹੋ ਗਈ, ਉਹ ਮਿਸਲਾਂ ਦੀ ਮਦਦ ਹੋ ਗਈ। ਇੱਕ ਹੋਰ ਗੱਲ ਵੀ ਹੋਈ ਵੀ ਪੰਜਾਬ ਦੇ ਮੁਸਲਮਾਨਾਂ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਦਿੱਲੀ 'ਚ ਮਿਲਦੀ ਰਹੀ। ਠੀਕ ਹੈ, ਬਿਲਕੁਲ ਠੀਕ ਹੈ। ਉਹਨਾਂ ਤੋਂ ਲੈ ਕੇ ਆਉਂਦੇ ਸੀ, ਉਧਰੋਂ ਉਹਨਾਂ ਨੂੰ ਛੋਟੇ ਉਹਦੇ ਦਿੰਦੇ ਸੀ, ਉਹਨਾਂ ਨੂੰ ਬੜੇ ਨਹੀਂ ਦਿੰਦੇ। ਬਿਲਕੁਲ ਠੀਕ ਹੈ। ਸੋ ਇੱਕ ਇਹ ਜਿਹੜੇ ਬਾਕੀ ਬੜਾ ਕਾਰਨ ਕਿ ਇਹ ਵੀ ਹੋਇਆ ਵੀ ਦੁਸ਼ਮਣ ਆਪਸ ਵਿੱਚ ਲੜ ਕੇ ਕਮਜ਼ੋਰ ਹੁੰਦੇ ਰਹੇ। ਅਫਗਾਨ ਮੁਗਲਾਂ, ਹੁਣ ਪਹਿਲੇ 4 ਹਮਲੇ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਸੀਗੇ ਹੀ ਸਾਰੇ, ਉਹਨਾਂ ਦੇ ਖਿਲਾਫ ਜਾ ਕੇ। ਸੋ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕਰਕੇ ਦਿੱਲੀ ਦੀ ਸਰਕਾਰ ਐਨ ਖੋਖਲੀ ਕਰ ਦਿੱਤੀ, ਫਾਈਨੈਂਸ਼ੀਅਲੀ ਵੀ ਤਾਂ ਮਿਲਟਰੀ ਤੌਰ ਤੇ ਵੀ ਉਹ ਮਾਰ ਦਿੱਤੇ ਜਾ ਕੇ। ਅੱਛਾ, ਅਗਲੀ ਪਾਵਰ ਜਿਹੜੀ ਸੀਗੀ, ਜਿੱਦਾਂ ਮੈਂ ਕਿਹਾ ਵੀ ਦੁਸ਼ਮਣ ਆਪਸ ਵਿੱਚ ਲੜ ਕਮਜ਼ੋਰ ਹੁੰਦੇ ਗਏ। ਇਹ ਮਰਹੱਟਾ ਪਾਵਰ ਇਹੋ ਜਿਹੇ ਚਾਂਸ ਸੀਗਾ ਵੀ ਇਹ ਮਰਹੱਟੇ ਪਿਸ਼ਾਵਰ ਤੱਕ ਪਹੁੰਚ ਗਏ ਸੀਗੇ। ਔਰ ਉਹ ਮਰਹੱਟੇ ਕਹਿੰਦੇ ਸੀ ਕਾਬਲ ਤੱਕ ਲਿਜਾਣਾ, ਕਨਿਸ਼ਕ ਦੇ ਟਾਈਮ ਦਾ ਰਾਜ ਉੱਥੇ ਤੱਕ ਲਿਜਾਣਾ ਅਸੀਂ ਕਰਨਾ ਕਿਸ ਗੱਲ। ਉਹਦਾ ਕਾਰਨ ਕੀ ਹੋਇਆ, ਜਿਹੜਾ 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲੱਕ ਤੋੜ ਦਿੱਤਾ ਮਰਹੱਟਿਆਂ ਦਾ। ਅੱਛਾ, ਹਾਂ, ਐਨ ਮਰਹੱਟਿਆਂ ਦਾ ਸਵਾਇਆ ਸਦਾ ਸ਼ਿਵ ਰਾਓ ਭਾਊ ਸੀਗਾ। ਸਦਾ ਸ਼ਿਵ ਰਾਓ ਭਾਊ ਮਾਰਿਆ ਗਿਆ, ਵਿੱਚੇ ਉਹਦੇ 30-40 ਹਜ਼ਾਰ ਮਰਹੱਟਾ ਮਾਰਿਆ ਗਿਆ ਜੀ ਉਸ ਲੜਾਈ ਉਹਦੇ ਵਿੱਚ ਮਾਰੇ ਗਏ। ਉਹ ਮਰਹੱਟੇ ਉਹ ਖਤਮ ਹੋ ਗਏ। ਹਾਲਾਂਕਿ ਜਿਸ ਵੇਲੇ ਜਸਵੰਤ ਰਾਓ ਹੋਲਕਰ ਨੇ ਪਿਸ਼ਾਵਰ ਦੇ ਵਿੱਚ ਜਿੱਤਿਆ ਆ ਕੇ ਇਹਨਾਂ ਨੂੰ 1758 ਦੇ ਵਿੱਚ, ਪਰ 1761 ਵਿੱਚ ਉਹਨ ਸਫਾਇਆ ਕਰ ਦਿੱਤਾ। ਸੋ ਮਰਹੱਟੇ ਉਹਨੇ ਖਤਮ ਕਰਤੇ। ਸੋ ਦੁਸ਼ਮਣਾਂ ਨੂੰ ਮਾਰਦੇ, ਦੁਸ਼ਮਣਾਂ ਨੂੰ ਮਾਰਦਾ ਰਿਹਾ। ਫਾਇਦਾ ਕਿਹਨੂੰ ਹੁੰਦਾ ਗਿਆ? ਸਿੱਖ ਮਿਸਲਾਂ ਨੂੰ। ਫਾਇਦਾ ਮਿਸਲਾਂ ਨੂੰ ਹੁੰਦਾ ਗਿਆ ਜੀ। ਸੋ ਮਿਸਲਾਂ ਦੇ ਜਿੱਤਣ ਦਾ ਇੱਕ ਇਹ ਕਾਰਨ ਵੀ ਵੱਡਾ ਬਣਿਆ ਵੀ ਉਹ ਆਪਸ ਵਿੱਚ ਜਿਹੜੇ ਲੜਦੇ ਗਏ। ਇੱਕ ਸਿੰਘ ਸਾਹਿਬ, ਇਹ ਵੀ ਗੱਲ ਇੱਕ ਵਾਰ ਬੜੀ ਹੁੰਦੀ ਰਹੀ ਜਦ ਮੈਂ ਉੱਥੇ ਯੂਨੀਵਰਸਿਟੀ 'ਚ ਹੁੰਦਾ ਸੀ, ਸੈਨੇਟ ਦੇ ਵਿੱਚ। ਉੱਥੇ ਇੱਕ ਵਾਰ ਗੱਲ ਹੋਈ, ਇੱਥੇ ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਵੱਡਾ ਕਾਰਨ ਇੱਕ ਜਿਹੜਾ ਆਹ ਹੈਗਾ ਨਾ ਜੀ, ਉਹ ਇਸ ਵੇਲੇ ਆ ਵੀ ਉਸ ਵੇਲੇ ਗੌਰਮੈਂਟ ਦੇ ਵਿੱਚ ਔਰ ਲੋਕਾਂ ਦੇ ਵਿੱਚ ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ। ਜਿਹੜਾ ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ, ਜਿੱਦਾਂ ਅੱਜ ਫਰਕ ਪਿਆ ਆ। ਅੱਜ ਹੁਣ ਜਿਹੜਾ ਫਰਕ ਹੈ, ਅੱਜ ਤਾਂ ਹੁਣ ਗੌਰਮੈਂਟ ਕੋਲ ਕਿੱਦਾਂ ਦੇ ਹਥਿਆਰ ਆ, ਪਿੰਡੋਂ ਆਮ ਸਧਾਰਨ ਬੰਦੇ ਕੋਲ ਕੀ ਹਥਿਆਰ ਹੋਣਾ। ਉਸ ਵੇਲੇ ਕਿਰਪਾਨ, ਬਰਛਾ, ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ। ਕਿਰਪਾਨ, ਬਰਛਾ, ਤੋੜੇਦਾਰ ਬੰਦੂਕ ਉਹਨਾਂ ਕੋਲ ਹੁੰਦੀ ਸੀ। ਘੋੜੇ ਸੀਗੇ, ਉਹ ਘੋੜੇ ਉਹਨਾਂ ਕੋਲ ਹੁੰਦੇ ਸੀ। ਹਥਿਆਰਾਂ ਦਾ ਫਰਕ ਨਹੀਂ ਹੈ ਬਹੁਤਾ ਜਾ ਕੇ। ਉਹ ਜਿਹੜੀ ਜੇ ਅਹਿਮਦ ਸ਼ਾਹ ਅਬਦਾਲੀ ਕੋਲ ਲਾਈਟ ਤੋਪਾਂ ਹੁੰਦੀਆਂ ਸੀ, ਉਹ ਤੋਪਾਂ ਦਾ ਯੂਜ਼ ਕਰ ਨਹੀਂ ਸੀ ਸਕਦਾ ਕਿਉਂਕਿ ਉਹ ਪਿੱਛੇ ਬੈਟਲ ਲੜਦੇ ਨਹੀਂ ਸੀ।
ਉਹ ਜਿਸ ਵੇਲੇ ਉਹ ਤੋਪ ਚਲਾਉਂਦਾ ਸੀ ਉਹ ਜੰਗਲਾਂ 'ਚ ਚੱਲ ਜਾਂਦੇ ਸੀ ਜਾ ਕੇ ਜੀ, ਉਸ ਵੇਲੇ ਚੱਲ ਜਾਂਦੇ ਸੀਗੇ। ਯਾਨੀ ਗੁਰੀਲਾ ਵਾਰਫੇਅਰ ਜਿਹੜੀ ਸੀ ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜੇ ਉਹਦੀ ਬਰਤਰੀ ਸਿਰਫ ਤੋਪਾਂ ਵਿੱਚ ਸੀਗੀ, ਉਹ ਤੋਪਾਂ ਚੱਲਦਾ ਮੌਕਾ ਹੀ ਨਹੀਂ ਸੀ ਮਿਲਦਾ ਚੱਲਣ ਦਾ, ਬਾਕੀ ਹਥਿਆਰ ਇੱਕੋ ਜਿਹੇ ਸੀਗੇ। ਹੁਣ ਅੱਜ ਜੇ ਪਬਲਿਕ ਲੜਨਾ ਚਾਹੇ ਗੌਰਮੈਂਟ ਦੇ ਨਾਲ, ਅੱਜ ਤੱਕ ਗੌਰਮੈਂਟ ਕੋ ਹਵਾਈ ਜਹਾਜ਼ਾਂ ਫਲਾਨਾ, ਯਾਨੀ ਉਸ ਵੇਲੇ ਤੋਪ ਵੀ ਇੱਕ ਮਿਜ਼ਾਈਲ ਦੇ ਕੰਮ ਦੇ ਤੌਰ ਤੇ ਹੁੰਦੀ ਸੀ, ਪਰ ਉਹ ਸਿੱਖਾਂ ਦੇ ਕੰਮ ਨਹੀਂ ਸੀ ਹੁੰਦੀ ਕਿਉਂਕਿ ਉਹ ਜੰਗਲਾਂ ਦੇ ਵਿੱਚ ਚੱਲ ਜਾਂਦੇ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਜਿਹੜੀ ਸਿੱਖਾਂ ਦਾ ਸੀਗਾ ਜੀ, ਮਿਸਲਾਂ ਦਾ ਸੀਗਾ, ਮਿਸਲਾਂ ਨੂੰ ਲੋਕਲ ਨੌਲੇਜ ਬਹੁਤ ਸੀ, ਏਰੀਏ ਦੀ ਨੌਲੇਜ ਬਹੁਤ ਸੀ ਕਿਉਂਕਿ ਲੋਕਲ ਬੰਦੇ ਲੋਕ ਸੀ ਉਹਨਾਂ ਨੂੰ ਜਿਹੜੇ ਲਾਖੀ ਜੰਗਲ ਜਾਂ ਕਾਹਨੂਆਣੀਆਂ ਦੇ ਜੰਗਲ ਹੈ ਜਿਨ੍ਹਾਂ ਚੋਂ ਲੁਕਦੇ ਸੀਗੇ, ਉਹਨਾਂ ਸਾਰਿਆਂ ਦੇ ਵਿੱਚੋਂ ਡੰਡੀਆਂ ਦਾ ਵੀ ਪਤਾ ਹੁੰਦਾ ਸੀ। ਇੱਧਰ ਤੋਂ ਘੋੜੇ ਲੰਘ ਸਕਦੇ ਆ, ਇੱਧਰ ਤੋਂ ਘੋੜੇ ਨਹੀਂ ਲੰਘਣੇ, ਜਾ ਕੇ ਘੋੜੇ ਲਈ ਪਾਣੀ ਫਲਾਣੇ ਤੇ ਹੈਗਾ, ਘੋੜੇ ਦੇ ਚੁਗਣ ਲਈ ਫਲਾਣੇ ਤੇ ਹੈਗਾ। ਉਹ ਉਹਨਾਂ ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਜੰਗਲ 'ਚ ਫਸ ਗਏ ਅਸੀਂ ਫਸ ਗਏ, ਕਿ ਉਹਨਾਂ ਨੂੰ ਪਤਾ ਵੀ ਤਾਂ ਸੀ ਵੀ ਅਸੀਂ ਕਿੱਧਰ ਨੂੰ ਜਾਣਾ ਫਿਰ ਉਹ ਮਾਰ ਦੇਣਗੇ, ਉਹ ਫਿਰ ਮਾਰ ਦੇਣਗੇ ਕਿ ਉਹਦੇ ਵਿੱਚ ਉਹ ਜੰਗਲ 'ਚ ਵੜਦੇ ਨਹੀਂ ਸੀ ਜੀ। ਤੋ ਇਹ ਜਿਹੜਾ ਇਹ ਗੁਰੀਲਾ ਵਾਰਫੇਅਰ ਆ, ਇਹ ਲੜਨੀ ਬੜੀ ਔਖੀ ਹੈ। ਜਾ ਕੇ ਉਹ ਜਿਹੜੀ ਉਹ ਚਲੇ ਜਾਂਦੇ ਸੀ। ਜ਼ਮੀਨਾਂ ਖੋਹ ਹੋਣ ਦੇ ਡਰ ਨੇ ਇਹ ਕਿਸਾਨਾਂ ਨੂੰ ਇਕੱਠੇ ਕੀਤਾ, ਔਰ ਪੰਜਾਬ ਦੇ ਵਿੱਚ ਸਿੱਖ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਸਿੱਖ ਰਾਜ ਵੀ ਕਹਿ ਸਕਦੇ ਹਾਂ ਬਾਅਦ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀਆਂ ਦਾ ਰਾਜ ਕਾਇਮ ਕਰਨ ਦੇ ਵਿੱਚ ਸਿੱਖ ਕਿਸਾਨ ਮੂਵਮੈਂਟ ਦਾ ਬਹੁਤ ਬੜਾ ਰੋਲ ਹੈ। ਜਿਹੜੀ ਕਿਸਾਨ ਮੂਵਮੈਂਟ ਚੱਲੀ ਸੀਗੀ ਵੀ ਹਲ ਵਾਲੇ ਜ਼ਮੀਨ ਆ, ਉਨੀ ਜਿਹੜੇ ਹੈਗੇ ਉਨੀ ਸਾਥ ਦਿੱਤਾ। ਉਹ ਕੋਈ ਟ੍ਰੇਨਡ ਸੋਲਜਰ ਤਾਂ ਨਹੀਂ, ਉਹੀ ਹੈਗਾ ਸਾਰੇ ਜਾ ਕੇ, ਉਨੀ ਸਾਰੇ ਜਿਹੜੇ ਹੈਗੇ ਜਿਤਾ ਦਿੱਤੇ ਸਾਕੇ ਜਾ ਕੇ। ਸੋ ਇਹ ਜਿਹੜੇ ਆ ਮੇਨ ਕਾਰਨ ਸੀਗੇ ਜਾ ਕੇ ਸਿੱਖਾਂ ਦੇ ਜਾਂ ਮਿਸਲਾਂ ਦੇ ਜਿੱਤਣ ਦੇ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੱਕ ਪੰਜਾਬ ਦੇ ਇੱਕ ਵਰਗ ਦੀ ਹਮਾਇਤ ਨਹੀਂ ਸੀ, ਹੈ ਟੋਟਲ ਪੰਜਾਬ ਦੀ ਹਮਾਇਤ ਸੀਗੀ ਜਾ ਕੇ। ਸੋ ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕੈਸ਼ ਕਰ ਲਿਆ। ਇਸ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪ੍ਰੋਬਲਮ ਹੀ ਨਹੀਂ ਆਈ ਹੈ ਜਾ ਕੇ ਵੀ ਮੈਨੂੰ ਅਪੋਜ਼ ਕਰੂਗੇ ਜਾ ਕੇ, ਮੈਂ ਤਾਂ ਸਾਰਾ 6% ਹੈ 94% ਕਿੱਦਾਂ ਕਰੂਗਾ। ਕਿਸੇ ਨੇ ਅਪੋਜ਼ ਨਹੀਂ ਕੀਤਾ। ਉਹਨੇ ਕਹਾ ਉਹ ਤਾਂ ਉੱਥੇ ਕੀ ਕਹਿੰਦੇ ਹੁੰਦੇ ਆ, ਅੱਤਵਾਦੀ ਚੱਲੀ ਜਾ ਕੇ ਵੀ ਪੰਜਾਬੀਆਂ ਦਾ ਰਾਜ ਆ ਗਿਆ ਜਾ ਕੇ, ਪੰਜਾਬੀਆਂ ਦਾ ਰਾਜ ਆ ਗਿਆ, ਸਾਡਾ ਆਪਣਾ ਬਾਦਸ਼ਾਹ ਆ ਗਿਆ, ਸਾਡਾ ਆਪਣਾ ਬਾਦਸ਼ਾਹ ਆ ਗਿਆ। ਪਹਿਲੀ ਵਾਰ ਤਾਂ ਹਿਸਟਰੀ ਦੇ ਵਿੱਚ ਆਇਆ। ਸਿੱਖ ਇਤਿਹਾਸ ਦੇ ਪੰਨਿਆਂ ਚੋਂ ਜਿਸ ਦੇ ਵਿੱਚ ਮਹਾ ਪੰਜਾਬ ਦਾ ਪੰਜਾਬੀਆਂ ਦਾ ਇਤਿਹਾਸ ਹੈ, ਇਹ ਲੜੀਵਾਰ ਸੈਗਮੈਂਟ ਅਗਲੇ 2 ਹਫ਼ਤੇ ਵੀ ਚੱਲਦਾ ਰਹੇਗਾ। ਇੱਕ ਵਾਰੀ ਫਿਰ ਦੱਸਦੇ ਹਾਂ, ਜਿਹੜੇ ਪਿਛਲੇ 3 ਹਫ਼ਤਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਸੈਗਮੈਂਟਸ ਪੇਸ਼ ਕੀਤੇ ਗਏ, ਉਹਨਾਂ ਦੀ ਤਕਨੀਕੀ ਨੁਕਸ ਦੇ ਕਰਕੇ ਬਹੁਤ ਸਾਰੇ ਦਰਸ਼ਕਾਂ ਨੂੰ ਆਵਾਜ਼ ਸੁਣਾਈ ਨਹੀਂ ਦਿੱਤੀ। ਸੋ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਉਹ ਸੈਗਮੈਂਟਸ ਜਿਹੜੇ ਹਨ ਸਾਰੇ ਦੇ ਸਾਰੇ YouTube ਦੇ ਉੱਤੇ ਵੀ ਪੋਸਟ ਕਰ ਦਿੱਤੇ ਗਏ ਹਨ। ਪੰਜਾਬ ਦਾ ਜਦੋਂ ਅਸੀਂ ਇਤਿਹਾਸ ਵੇਖਦੇ ਹਾਂ ਤਾਂ ਪੰਜਾਬੀ ਹੋਣ 'ਤੇ ਬੜਾ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ। ਸਾਡਾ ਸੱਭਿਆਚਾਰ, ਸਾਡਾ ਵਿਰਸਾ ਕਿੰਨਾ ਅਮੀਰ ਹੈ। ਪੰਜਾਬੀ ਮੁੱਢ ਤੋਂ ਹੀ ਬੜੇ ਮਲਾਪੜੇ ਸੁਭਾਅ ਦੇ ਰਹੇ ਹਨ, ਮਿਹਨਤੀ ਰਹੇ ਹਨ, ਸੂਰਬੀਰ ਰਹੇ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਦੇਸ਼ ਦੀ ਤਰੱਕੀ ਦੇ ਵਿੱਚ ਹਰ ਮੌਕੇ 'ਤੇ ਯੋਗਦਾਨ ਪਾਇਆ ਹੈ। ਪਿਛਲਾ ਜੇ ਕੁਰਬਾਨੀਆਂ ਦਾ ਇਤਿਹਾਸ ਵੇਖਦੇ ਹਾਂ ਜਿਹੜਾ ਕਿ ਅਸੀਂ ਸੁਣਦੇ ਆ ਰਹੇ ਹਾਂ, ਉਸ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਭਾਰਤ ਦੀ ਆਜ਼ਾਦੀ ਦੀ ਹੀ ਗੱਲ ਕਰ ਲਓ। ਸਭ ਤੋਂ ਵੱਡਾ ਯੋਗਦਾਨ ਪੰਜਾਬ ਨੇ ਪਾਇਆ, ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ। ਉਸ ਤੋਂ ਬਾਅਦ ਜੇ ਢਿੱਡ ਭਰਨ ਦੀ ਗੱਲ ਸੀ, ਭੁੱਖਿਆਂ ਦਾ ਢਿੱਡ, ਮੁਲਕ ਦਾ ਜਿਹੜਾ ਢਿੱਡ ਭਰਨ ਦੀ ਗੱਲ ਸੀ, ਤਾਂ ਗ੍ਰੀਨ ਰੈਵੋਲੂਸ਼ਨ, ਹਰਾ ਇਨਕਲਾਬ ਲਿਆਂਦਾ ਕਿਸ ਨੇ? ਪੰਜਾਬ ਨੇ। ਔਰ ਉਸ ਤੋਂ ਬਾਅਦ ਵੀ ਹੁਣ ਤੱਕ ਜਿੰਨੇ ਵੀ ਕਿਸੇ ਵੀ ਜਗ੍ਹਾ ਤੇ ਕੋਈ ਮੁਸੀਬਤਾਂ ਆਉਂਦੀਆਂ ਹਨ ਤਾਂ ਬਿਨਾਂ ਕਿਸੇ ਵਿਤਕਰੇ ਦੇ, ਭਿੰਨ ਭੇਦ ਦੇ ਸਿੱਖ ਜਾਂ ਪੰਜਾਬੀ ਹਮੇਸ਼ਾ ਹੀ ਮੂਹਰੇ ਹੋ ਕੇ ਉਹਨਾਂ ਦੀ ਮਦਦ ਦੇ ਵਾਸਤੇ ਪਹੁੰਚੇ ਹਨ। ਤੇ ਜੇ ਖੇਡਾਂ ਦੀ ਗੱਲ ਕਰੀਏ, ਜਦੋਂ ਵੀ ਪੰਜਾਬ ਨੇ ਇਸ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਭਾਰਤ ਦੀਆਂ ਟੀਮਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ, ਤਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਕਾਫੀ ਲੰਮਾ ਵਕਫਾ ਜਿਹੜਾ ਹੈ ਇਸ ਦੇ ਵਿੱਚ ਗੈਰ ਹਾਜ਼ਰੀ ਰਹੀ, ਪੰਜਾਬ ਨੂੰ ਇਗਨੋਰ ਕੀਤਾ ਗਿਆ, ਪਰ ਐਤਕੀ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਰਹੀ, ਜਿਸ ਦੇ ਵਿੱਚ ਹਾਕੀ ਦੇ ਵਿੱਚ ਵੀ ਲੰਮੇ ਸਮੇਂ ਤੋਂ ਬਾਅਦ ਭਾਰਤ ਨੇ ਜੋ ਮੁਕਾਮ ਹਾਸਲ ਕੀਤਾ ਹੈ, ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ। ਪੇਸ਼ ਕਰਦੇ ਹਾਂ ਪੰਜਾਬ ਦੇ ਇਹਨਾਂ ਖਿਡਾਰੀਆਂ ਤੇ ਸਮਰਪਿਤ ਇੱਕ ਵਿਸ਼ੇਸ਼ ਸੈਗਮੈਂਟ। ਉੱਠ ਕੇ ਸਵੇਰੇ ਪਹਿਲਾਂ ਗੁਰੂ ਘਰ ਜਾਈਏ, ਫੇਰ ਜਾ ਕੇ ਕੋਚ ਦੇ ਜਗੋਟੀ ਹੱਥ ਲਾਈਏ। ਗੇਮਾਂ ਦੇ ਸ਼ੌਕੀਨ ਮੁੰਡੇ ਚੁੰਮਦੇ ਮਿੱਟੀ ਨੂੰ, ਗੇਮਾਂ ਦੇ ਸ਼ੌਕੀਨ ਮੁੰਡੇ ਚੁੰਮਦੇ ਮਿੱਟੀ ਨੂੰ, ਜਾ ਕੇ ਗੱਜਦੇ ਮੈਦਾਨ ਵਿੱਚ ਸਾਰੇ। ਓਏ ਐਵੇਂ ਨੀ ਸਰੀਰ ਅਸੀਂ ਗੁੰਦਮਾ ਬਣਾਇਆ, ਨਿੱਤ ਚਾਹੀਦਾ ਖੜ ਵਿੱਚ ਨਾਰੇ। ਐਵੇਂ ਨੀ ਸਰੀਰ ਅਸੀਂ ਗੁੰਦਮਾ ਬਣਾਇਆ, ਨਿੱਤ
ਅਸੀਂ ਗੁੰਦਮਾ ਬਣਾਇਆ ਨਿਤ ਜਾਈਦਾ ਏ ਖੜ ਵਿੱਚ ਨਾਰੇ ਐਵੇਂ ਨਹੀਂ ਸਰੀਰ ਅਸੀਂ ਗੁੰਦਮਾ ਬਣਾਇਆ ਨਿਤ ਜਾਈਦਾ ਗਰਾਊਂਡ ਮੁੱਟਿਆਰੇ ਹਾਂ ਬਾਹਰ ਜਾਵਾਂ ਤੇਰੇ ਮੈਂ ਪੰਜਾਬ ਦੀਆਂ ਪੁੱਤਾਂ ਚੰਗੀ ਲੱਗੀ ਤੇਰੀ ਇੱਕ ਇੱਕ ਗੱਲ ਵੇ ਬਾਹਰ ਜਾਵਾਂ ਤੇਰੇ ਮੈਂ ਪੰਜਾਬ ਦੀਆਂ ਪੁੱਤਾਂ ਚੰਗੀ ਲੱਗੀ ਤੇਰੀ ਇੱਕ ਇੱਕ ਗੱਲ ਵੇ ਤੇਰੇ ਜਿਹੀ ਹੋ ਜਵੇ ਜੇ ਸਾਰਿਆਂ ਦੀ ਸੋਚ ਕੌਣ ਵੇਖ ਜੂ ਸੋਨੇ ਦੀ ਚਿੜੀ ਵੱਲ ਵੇ ਤੇਰੇ ਜਿਹੀ ਹੋ ਜਵੇ ਜੇ ਸਾਰਿਆਂ ਦੀ ਸੋਚ ਕੌਣ ਵੇਖ ਜੂ ਸੋਨੇ ਦੀ ਚਿੜੀ ਵੱਲ ਵੇ ਜੈਲੀ ਮਨਜੀਤਪੁਰੀ ਮਿਲ ਗਿਆ ਤੂੰ ਜੈਲੀ ਮਨਜੀਤਪੁਰੀ ਮਿਲ ਗਿਆ ਤੂੰ ਸਦਾ ਭਰਦੀ ਰਹੂੰਗੀ ਤੇਰਾ ਪਾਣੀ ਓਏ ਕੁੜੀਆਂ ਵੀ ਖੇਡਦੀਆਂ ਹਾਕੀ ਤੇ ਕਬੱਡੀ ਸਾਨੂੰ ਘੱਟ ਨਾ ਚੋਬਰਾ ਜਾਣੀ ਕੁੜੀਆਂ ਵੀ ਖੇਡਦੀਆਂ ਹਾਕੀ ਤੇ ਕਬੱਡੀ ਸਾਨੂੰ ਘੱਟ ਨਾ ਸ਼ੌਕੀਨਾ ਜਾਣੀ ਪੰਜਾਬ ਭਾਰਤ ਸਾਰਿਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਟੋਕੀਓ 올림픽ਸ ਦੇ ਵਿੱਚ ਮੈਨਸ ਦੀ ਹਾਕੀ ਟੀਮ ਜਿਹੜੀ ਹੈ ਬ੍ਰੌਂਜ਼ ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪਾ ਚੁੱਕੀ ਹੈ। ਸਾਡੇ ਨਾਲ ਇਸੇ ਬਾਰੇ ਗੱਲਬਾਤ ਕਰਨ ਲਈ ਮੌਜੂਦ ਨੇ ਆਪਣੇ ਵੇਲੇ ਦੇ ਬੈਸਟ ਵਰਲਡ ਬੈਸਟ ਡਿਫੈਂਡਰ ਕਹੇ ਜਾਣ ਵਾਲੇ ਪਦਮ ਸ਼੍ਰੀ ਅਰਜੁਨ ਅਵਾਰਡੀ ਪ੍ਰਗਟ ਸਿੰਘ ਜੀ। ਪਹਿਲਾਂ ਕਰਦੇ ਉਹਨਾਂ ਦਾ ਸਵਾਗਤ। ਪ੍ਰਗਟ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ, ਬਹੁਤ ਬਹੁਤ ਵਧਾਈ। ਕਿਹੋ ਜਿਹਾ ਲੱਗ ਰਿਹਾ ਇੰਨੀ ਵੱਡੀ ਮਿਹਨਤ ਇੰਨੇ ਚਿਰ ਦਾ ਸਫਲ ਕਾਮਯਾਬ ਹੋਇਆ? ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਮੈਂ ਸਮਝਦਾ ਕਿ ਜਿਸ ਪ੍ਰੋਫੈਸ਼ਨ ਨੇ ਔਰ ਪੈਸ਼ਨ ਨੇ ਮੈਨੂੰ ਇਸ ਲੈਵਲ ਤੱਕ ਲਿਆ ਕੇ ਖੜਾ ਕੀਤਾ ਔਰ ਅੱਜ ਉਸ ਹੀ ਪ੍ਰੋਫੈਸ਼ਨ ਦੇ ਬੱਚੇ ਜਿਹੜੇ ਆ ਉਹ ਹਿੰਦੁਸਤਾਨ ਲਈ ਮੈਡਲ ਲੈ ਕੇ ਆ ਰਹੇ ਆ, ਉਦੋਂ ਵੱਧ ਖੁਸ਼ੀ ਮੇਰਾ ਖਿਆਲ ਹੈ ਹੋਰ ਕਿਸੇ ਨੂੰ ਨਹੀਂ ਹੋ ਸਕਦੀ। ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਯੂਥ ਸਪੋਰਟਸ ਕਲੱਬ ਮਿੱਠਾਪੁਰ ਦੇ ਵਿੱਚ ਆ ਕੇ। ਇਸ ਵੇਲੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੱਥੇ ਮੌਜੂਦਾ ਕੋਚ ਦੇ ਨਾਲ, ਬਲਵਿੰਦਰ ਸਿੰਘ ਜੀ ਦੇ ਨਾਲ। ਐਜ਼ ਅ ਮਿੱਠਾਪੁਰ ਦੇ ਨਿਵਾਸੀ ਪੰਜਾਬੀ, ਐਜ਼ ਅ ਪੰਜਾਬੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਬਿਕੋਜ਼ ਹਰ ਇੱਕ ਪਲੇਅਰ ਦਾ ਇੱਕ ਡ੍ਰੀਮ ਹੁੰਦਾ ਕਿ ਇੱਕ ਦਿਨ ਉਹ ਆਪਣੇ ਕੰਟਰੀ ਨੂੰ ਓਲੰਪਿਕ 'ਚ ਰਿਪਰੈਜ਼ੈਂਟ ਕਰੇ ਔਰ ਮਨਦੀਪ ਸਿੰਘ ਔਰ ਮਨਪ੍ਰੀਤ ਸਿੰਘ ਦਾ ਟੀਮ 'ਚ ਨਾਮ ਆਉਣਾ ਇਹ ਸਾਡੇ ਨਗਰ ਵਾਸਤੇ, ਸਾਡੇ ਪਿੰਡ ਵਾਸਤੇ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ। ਹਾਕੀ ਸਾਡੇ ਕਾਫੀ ਕਹਿ ਲਓ ਕਿ ਡਾਊਨ ਟ੍ਰੈਂਡ ਦੇ ਵਿੱਚ ਆ ਗਈ ਸੀ, ਲੇਕਿਨ ਇਹ ਹੈ ਕਿ ਜਦੋਂ ਮੈਂ ਡਾਇਰੈਕਟਰ ਸਪੋਰਟਸ ਬਣਿਆ ਅਸੀਂ ਪਾਕਟਸ ਆਇਡੈਂਟੀਫਾਈ ਕੀਤੀਆਂ ਵੀ ਜਿਹੜੀਆਂ ਓਰੀਜਨਲੀ ਹਾਕੀ ਦੀਆਂ ਪਾਕਟਸ ਸੀਗੀਆਂ, ਕਿਉਂਕਿ ਮੇਰਾ ਪਿੰਡ ਵੀ ਉਹਦੇ ਵਿੱਚ ਹੀ ਆਉਂਦਾ। ਖੁਸਰੋਪੁਰ, ਸੰਸਾਰਪੁਰ, ਕੁੱਕੜ ਪਿੰਡ, ਇਹ 3-4 ਪਿੰਡ ਹੈ, ਧੈਨੋ ਵਾਲੀ, ਇਹ 3-4-5 ਪਿੰਡ ਦੀ ਬੈਲਟ ਹੈਗੀ ਆ ਜਿੱਥੇ ਅਸੀਂ ਸਾਰੇ ਪੰਜਾਬ ਦੇ ਵਿੱਚ ਹੀ ਉਹ ਪਾਕਟਸ ਨੂੰ ਆਇਡੈਂਟੀਫਾਈ ਕਰਕੇ ਤੇ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਜਿਹਦੇ ਵਿੱਚੋਂ ਇਹ ਜਿਹੜੇ ਮਨਪ੍ਰੀਤ ਵਗੈਰਾ ਹੈਗੇ ਇਹ ਸਾਰੇ ਉਹ ਪਹਿਲਾ ਲੋਟ ਹੈਗਾ ਉਸ ਸਿਸਟਮ ਦਾ। ਉਹਦੇ ਤੋਂ ਬਾਅਦ ਇਹ ਬੇਸਿਕਲੀ ਸੁਰਜੀਤ, ਕਿਉਂਕਿ ਸਾਡੇ ਪਿੰਡ ਜਿਹੜੇ ਆ ਫੀਡਿੰਗ ਸੈਂਟਰ ਆ ਤੇ ਉਹਦੇ ਤੋਂ ਬਾਅਦ ਇਹ ਸੁਰਜੀਤ ਅਕੈਡਮੀ 'ਚ, ਚਾਹੇ ਮਾਲਵਾ ਅਕੈਡਮੀ, ਚਾਹੇ ਸਾਡੀ ਮੋਹਾਲੀ ਦੀ ਅਕੈਡਮੀ ਸੀ, ਚਾਹੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ, ਕਿਉਂਕਿ ਅਸੀਂ ਇਹ 4 ਅਕੈਡਮੀਜ਼ ਜਿਹੜੀਆਂ ਉਹਨਾਂ ਦੇ ਏਰੀਏ ਨੂੰ ਐਜ਼ ਏ ਸਪੈਸ਼ਲਾਈਜੇਸ਼ਨ ਦੇ ਤੌਰ ਤੇ ਉਹ ਯੂਜ਼ ਕੀਤਾ ਹੈਗਾ ਔਰ ਉਹਦੇ ਤੋਂ ਅੱਗੇ ਜਿਹੜਾ ਸੁਪਰ ਸਪੈਸ਼ਲਾਈਜੇਸ਼ਨ। ਔਰ ਉਹਦੇ ਵਿੱਚੋਂ ਫੋਰਚੂਨੇਟਲੀ ਮੇਰੇ ਪਿੰਡੋਂ ਵੀ ਜਿਹੜੇ 3 ਬੱਚੇ ਜਿਹੜੇ ਇਸ ਟੀਮ ਦੇ ਵਿੱਚ ਹੈਗੇ ਆ ਔਰ ਇੱਕ ਖੁਸਰੋਪੁਰ ਤੋਂ ਹੈਗਾ ਔਰ ਮੈਨੂੰ ਤਾਂ ਸਾਰੇ ਪੰਜਾਬ ਦੇ ਜਿਹੜੇ ਬੱਚੇ ਜਿਹੜੇ ਉਹ ਆਪਣੇ ਲੱਗਦੇ ਹੈਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੋ ਵੀ ਅਸੀਂ ਪੰਜਾਬ ਵੱਲੋਂ ਕੰਟਰੀਬਿਊਟ ਕਰ ਸਕੇ ਆ ਹਿੰਦੁਸਤਾਨ ਦੀ ਟੀਮ ਲਈ, ਉਹ ਸਾਡਾ ਫਰਜ਼ ਵੀ ਬਣਦਾ ਤੇ ਸਾਡਾ ਪੈਸ਼ਨ ਵੀ ਆ ਤੇ ਸਾਡਾ ਪ੍ਰੋਫੈਸ਼ਨ ਵੀ ਆ। ਸਾਡੇ ਕੋਲ ਇੱਥੇ ਅਕੈਡਮੀ ਚੱਲ ਰਹੀ ਹੈ ਜਿਹਨੂੰ ਰਾਉਂਡ ਗਲਾਸ ਸਪੋਰਟਸ ਸਪਾਂਸਰ ਕਰ ਰਿਹਾ ਔਰ ਤੁਸੀਂ ਜਾਣ ਕੇ ਬੜਾ ਹੈਰਾਨ ਹੋਵੋਗੇ ਕਿ ਜੋ ਇਸ ਟਾਈਮ ਇੰਡੀਅਨ ਹਾਕੀ ਨੂੰ ਫੈਸਿਲਿਟੀਆਂ ਮਿਲ ਰਹੀਆਂ ਨੇ, ਜੋ ਇੰਡੀਅਨ ਹਾਕੀ ਦਾ ਸ਼ਡਿਊਲ ਹੈ ਜਾਂ ਪ੍ਰੈਕਟਿਸ ਸ਼ਡਿਊਲ ਹੈ, ਉਹ ਅਸੀਂ ਚੀਜ਼ ਇੱਥੇ ਫੋਲੋ ਕਰ ਰਹੇ ਹਾਂ। ਇਹ ਇੱਕ ਵੱਡਾ ਕਾਰਨ ਹੈ ਕਿ ਜਦੋਂ ਇੰਡੀਅਨ ਟੀਮ ਵਿੱਚ ਜਾਂਦੇ ਹਨ ਤੇ ਉਹਨਾਂ ਨੂੰ ਸਟਰਗਲ ਇੰਨਾ ਨਹੀਂ ਕਰਨਾ ਪੈਂਦਾ। ਸੋ ਹਾਂਜੀ, ਸੋ ਸਾਡੇ ਬੱਚਿਆਂ ਨੂੰ ਬਿਲਕੁਲ ਸਾਡੀ ਕੋਸ਼ਿਸ਼ ਇਹ ਹੈ ਕਿ ਜੋ ਉਸ ਟਾਈਮ ਉਸ ਇੰਡੀਅਨ ਹਾਕੀ ਕੈਂਪ ਦੇ ਵਿੱਚ ਜੋ ਫੈਸਿਲਿਟੀਜ਼ ਜਾਂ ਜੋ ਸ਼ਡਿਊਲ ਚੱਲ ਰਿਹਾ, ਅਸੀਂ ਉਸ ਚੀਜ਼ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਕੋਚ ਦਾ ਹੋਣਾ, ਇੱਕ ਚੰਗੀ ਗਰਾਊਂਡ ਦਾ ਹੋਣਾ ਤੇ ਇੱਕ ਮਾਹੌਲ ਦਾ ਹੋਣਾ ਸਭ ਤੋਂ ਇੰਪੋਰਟੈਂਟ ਹੈ। ਫਿਰ ਉਸ ਪਿੰਡ ਦੇ ਜਿਹੜੇ ਉਹਨੂੰ ਬੰਦੇ ਸਪੋਰਟ ਕਰਦੇ ਹੋਣ, ਕਿਉਂਕਿ ਸਾਡੇ ਪਿੰਡਾਂ 'ਚ ਕੀ ਹੁੰਦਾ, ਕਈ ਵਾਰੀ ਇਹਨਾਂ ਚੀਜ਼ਾਂ ਨੂੰ ਸਪੋਰਟ ਨਹੀਂ ਕੀਤਾ ਜਾਂਦਾ, ਉੱਥੇ ਗਰੁੱਪਿੰਗ ਬਣ ਜਾਂਦੀ ਆ। ਮੇਰੇ ਪਿੰਡ ਦੇ ਵਿੱਚ ਮੈਂ ਇੱਦਾਂ ਦਾ ਕੁਝ ਨਹੀਂ ਹੋਣ ਦਿੱਤਾ ਔਰ ਮੇਰੀ ਕੋਸ਼ਿਸ਼ ਵੈਸੇ ਐਜ਼ ਏ ਪੋਲੀਟੀਸ਼ੀਅਨ ਵੀ ਇਹ ਰਹਿੰਦੀ ਆ ਕਿ ਆਪਾਂ ਇਸ਼ੂਜ਼ ਦੀ ਗਾਂਹ ਗੱਲ ਤੁਰੀਏ। ਅਸੀਂ ਕਈ ਵਾਰੀ ਧੜਿਆਂ 'ਚ ਕੰਮ ਕਰਕੇ ਨਾ ਅਸੀਂ ਪੰਜਾਬ ਪੂਰੇ ਦਾ ਕਹਿ ਲਓ ਜਨਾਜ਼ਾ ਕੱਢ ਕੇ ਰੱਖ ਲਿਆ,
ਲੇਕਿਨ ਸਾਨੂੰ ਧੜਿਆਂ ਤੋਂ ਉੱਤੇ ਉੱਠ ਕੇ ਸਾਨੂੰ ਸਿਸਟਮ ਦੀ ਸਪੋਰਟ ਕਰਨ ਦੀ ਜ਼ਰੂਰਤ ਹੈ। ਉਹਦੇ ਵਿੱਚ ਜਿਹੜੇ ਵੀ ਬੱਚੇ ਆਉਂਦੇ ਆ, ਜਿਹੜੇ ਵੀ ਫਿਰ ਉਹ ਅੱਗੇ ਦੇਖਣ ਵੀ ਅਸੀਂ ਕੀ ਕੰਟਰੀਬਿਊਸ਼ਨ ਕਰਨੀ ਆ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਸ ਫੀਲਡ ਦੇ ਵਿੱਚ ਮੈਨੂੰ ਸਾਰਾ ਕੁਝ ਮਿਲਿਆ ਤੇ ਮੈਂ ਉਸ ਫੀਲਡ ਨੂੰ ਕੰਟਰੀਬਿਊਟ ਕੀ ਕਰਨਾ ਹੈਗਾ। ਹੁਣ ਜੇ ਮੈਂ ਐਜ਼ MLA ਹੈਗਾ ਕਿ ਮੇਰਾ ਫਰਜ਼ ਬਣਦਾ ਮੈਂ ਆਪਣੀ ਕੌਂਸਟੀਚੁਐਂਸੀ ਨੂੰ ਕਿੱਦਾਂ ਦੀ ਨਰਚਰ ਕਰਾਂ, ਉੱਥੇ ਲੋਕਾਂ ਨੂੰ ਕਿਹੋ ਜਿਹਾ ਮਾਹੌਲ ਦੇਵਾਂ, ਉੱਥੇ ਕਿੱਦਾਂ ਦੀ ਲੋਕਾਂ ਨੂੰ ਸੋਚ ਦੇਵਾਂ, ਤਾਂ ਕਿ ਅਸੀਂ ਜਿਹੜਾ ਆ ਐਜ਼ ਏ ਸੁਸਾਇਟੀ, ਐਜ਼ ਪੰਜਾਬੀ, ਐਜ਼ ਏ ਪੰਜਾਬ ਤੇ ਹਿੰਦੁਸਤਾਨ ਦੀ ਬਿਹਤਰੀ ਲਈ ਕੀ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ। ਇੱਦਾਂ ਦਾ ਥਾਟ ਪ੍ਰੋਸੈਸ ਜਿਹੜਾ ਉਹ ਡਿਵੈਲਪ ਕਰਨ ਦੀ ਜ਼ਰੂਰਤ ਹੈਗੀ। ਫਿਟਨੈਸ ਜਿਹੜੀ ਹੈ ਇਸ ਇਜ਼ ਵੈਰੀ ਇੰਪੋਰਟੈਂਟ ਐਂਡ ਆਲਸੋ ਇਟ ਡਿਪੈਂਡ ਔਨ ਏਜ ਕੈਟਾਗਰੀ। ਜਦੋਂ ਸਾਡੇ ਕੋਲ ਮੇਰੇ ਕੋਲ ਬੱਚੇ ਜਿਹੜੇ ਸਟਾਰਟ ਹੋ ਜਾਂਦੇ ਆ ਦੇ ਆਰ 8 ਔਰ 7 ਇਅਰਸ 올ਡ, ਸੋ ਉਹਨਾਂ ਤੇ ਬੇਸਿਕਲੀ ਉਹਨਾਂ ਤੇ ਸਾਨੂੰ ਫਿਟਨੈਸ ਦੀ ਜ਼ਰੂਰਤ ਨਹੀਂ, ਸਾਨੂੰ ਉਹਨਾਂ ਨੂੰ ਟੈਕਨੀਕਲ ਚੀਜ਼ਾਂ ਦੱਸਣ ਦੀ ਜ਼ਰੂਰਤ ਆ। ਟੈਕਨੀਕਲ ਬਿਕੋਜ਼ ਅਗਰ ਉਹਨਾਂ ਦਾ ਬੇਸ ਅੱਛਾ ਹੋ ਜਾਏਗਾ ਤਾਂ ਦੈਨ ਦੇ ਆਰ ਅ ਗੁੱਡ ਪਲੇਅਰ। ਔਰ ਜਦੋਂ ਥੋੜਾ ਜਿਹਾ ਇਫ ਯੂ ਆਰ ਓਵਰ 14 ਔਰ 15 ਇਅਰਸ 올ਡ ਦੈਨ ਵੀ ਸਟਾਰਟ ਵਰਕਿੰਗ ਔਨ ਫਿਟਨੈਸ। ਔਰ ਫਿਟਨੈਸ ਅੱਜ ਦੀ ਹਾਕੀ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਆ ਤੁਸੀਂ ਗ੍ਰਾਸ ਗਰਾਊਂਡ ਆ, ਪਰ ਅਗਰ ਇਫ ਯੂ ਪਲੇ ਔਨ ਐਸਟ੍ਰੋਟਰਫ ਸੋ ਯੂ ਨੀਡ ਅ ਵੈਰੀ ਗੁੱਡ ਫਿਟਨੈਸ। ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਜੇ ਤੁਸੀਂ ਡਿਵੈਲਪਡ ਕੰਟਰੀਜ਼ ਦੇਖੋ, ਉਹ ਆਪਣੇ ਟੋਟਲ ਬਜਟ ਦਾ ਕਈ ਵਾਰੀ 10 ਤੋਂ 15% ਜਿਹੜਾ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਲਈ ਦਿੰਦੇ ਹੈਗੇ ਆ। ਉਹਨਾਂ ਦਾ ਥਾਟ ਪ੍ਰੋਸੈਸ ਕੀ ਆ ਕਿ ਅਸੀਂ ਜਿਹੜੀ ਯੰਗ ਜਨਰੇਸ਼ਨ ਆ ਉਹਨੂੰ ਸ਼ੇਪ ਅਪ ਕਰਨ ਲਈ ਸਾਨੂੰ ਵੱਧ ਪੈਸੇ ਖਰਚਣ ਦੀ ਜ਼ਰੂਰਤ ਹੈਗੀ ਆ। ਐਜੂਕੇਸ਼ਨ ਵਾਲਾ ਐਂਗਲ ਤੇ ਫਿਜ਼ੀਕਲ ਵਾਲਾ ਐਂਗਲ, ਈਵਨ ਕਿ ਉਹਦੇ ਨਾਲ ਸਾਈਕੋਲੋਜਿਸਟ ਵੀ ਆ ਜਾਂਦੇ ਆ, ਟ੍ਰੇਨਰਸ ਵੀ ਆ ਜਾਂਦੇ ਆ, ਬਟ ਅਨਫੋਰਚੂਨੇਟਲੀ ਸਾਡੇ ਉੱਦਾਂ ਦਾ ਥਾਟ ਪ੍ਰੋਸੈਸ ਨਹੀਂ ਹੈਗਾ ਸਰਕਾਰਾਂ ਦੇ ਵਿੱਚ। ਕਿਉਂਕਿ ਸਾਡਾ ਜਿਹੜਾ ਈਵਨ ਨੈਸ਼ਨਲ ਲੈਵਲ ਤੇ ਬਜਟ ਆ ਉਹ ਮੇਰਾ ਖਿਆਲ 1000 ਰੁਪਏ ਪਿੱਛੇ ਸ਼ਾਇਦ 7 ਪੈਸੇ ਆ। ਸਾਡਾ ਪੰਜਾਬ ਦਾ ਬਜਟ ਵੀ ਬਹੁਤ ਘੱਟ ਹੈ। ਸੋ ਸਾਨੂੰ ਬੇਸਿਕਲੀ ਫੋਕਸ ਕਰਨਾ ਚਾਹੀਦਾ। ਸਾਡਾ ਮਾਹੌਲ ਇਹੋ ਜਿਹਾ ਕ੍ਰੀਏਟ, ਕਿਉਂਕਿ ਬੱਚਾ ਜਿਹੜਾ ਆ ਉਹਨੇ ਸਕੂਲ ਵੀ ਜਾਣਾ, ਉਹਨੇ ਕਾਲਜ ਵੀ ਜਾਣਾ, ਉਹਨੇ ਯੂਨੀਵਰਸਿਟੀ ਵੀ ਜਾਣਾ, ਉਹਦੀ ਇੱਕ ਸਸਟੇਨੇਬਲ ਜਿਹੜੀ ਟ੍ਰੇਨਿੰਗ ਔਰ ਕੰਟੀਨਿਊਟੀ ਟ੍ਰੇਨਿੰਗ ਦੇ ਵਿੱਚ ਉਹ ਹੋਣੀ ਬਹੁਤ ਜ਼ਰੂਰੀ ਹੈਗੀ ਆ। ਔਰ ਉਹਦੇ ਨਾਲ ਫਾਇਦੇ ਕੀ ਹੁੰਦੇ ਆ, ਸਿਰਫ ਇਹੀ ਨਹੀਂ ਹੈ ਕਿ ਉਹ ਮੈਡਲ ਗੈਟਰ ਹੋਊਗਾ, ਉਹ ਫਿਜ਼ੀਕਲੀ ਇੰਨਾ ਤਕੜਾ ਹੋ ਜਾਊਗਾ, ਉਹਨੂੰ ਟੀਮ ਦੇ ਵਿੱਚ ਰਹਿਣ ਦੀ ਆਦਤ ਪੈ ਜਾਊਗੀ। ਸੁਸਾਇਟੀ ਵੀ ਤਾਂ ਟੀਮ ਹੀ ਆ ਨਾ। ਕਿਉਂਕਿ ਮੈਂ ਉਦੋਂ ਜਦੋਂ ਡਾਇਰੈਕਟਰ ਸਪੋਰਟਸ ਸੀ, ਮੈਂ ਚਾਈਨਾ ਦੀ ਸਪੋਰਟਸ ਪਾਲਿਸੀ ਪੜ੍ਹੀ, ਉਹਦੀ ਬੈਕਗਰਾਊਂਡ ਤੇ ਗਿਆ। ਉਹਨਾਂ ਦੇ ਬੇਸਿਕਲੀ ਉਹਨਾਂ ਨੇ ਇਹ ਤਿੰਨੇ ਪੜਾਅ ਜਿਹੜੇ ਆ ਉਹ ਪੈਦਾ ਕੀਤੇ। ਉਹਨਾਂ ਦੀ ਪਿਛਲੇ 30 ਸਾਲਾਂ ਦੇ ਵਿੱਚ ਨੇਸ਼ਨ ਦੀ 2.5 ਇੰਚ ਆਫੀਸ਼ੀਅਲ ਹਾਈਟ ਇਨਕਰੀਜ਼ ਹੋ ਗਈ। ਉਹਨਾਂ ਨੇ ਆਪਣਾ 50% ਹੈਲਥ ਦਾ ਬਜਟ ਡਾਇਵਰਟ ਕਰਕੇ ਸਪੋਰਟਸ ਨੂੰ ਦਿੱਤਾ। ਉਹਨੇ ਕਿਹਾ ਵੀ ਜੇ ਸਾਡੇ ਜਿਹੜੀਆਂ ਗਰਾਊਂਡਸ ਆ ਉਹ ਫੁੱਲ ਹੈਗੀਆਂ ਤੇ ਸਾਨੂੰ ਹਸਪਤਾਲ ਬਹੁਤੇ ਬਣਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਜੇ ਹੈਲਦੀ ਨੇਸ਼ਨ ਹੋਊਗੀ, ਜੇ ਯੰਗ ਜਨਰੇਸ਼ਨ ਹੈਲਦੀ ਹੋਊਗੀ ਤਾਂ ਸਾਨੂੰ ਇੰਨੇ ਹਸਪਤਾਲਾਂ ਦੀ ਜ਼ਰੂਰਤ ਨਹੀਂ ਹੋਊਗੀ। ਸੋ ਇਸ ਕਰਕੇ ਸਾਰਾ ਇੱਕ ਇਹੋ ਜਿਹਾ ਥਾਟ ਪ੍ਰੋਸੈਸ ਹੈਗਾ ਜਿਹਦੇ ਵਿੱਚ ਬਹੁਤ ਸਿੰਸੀਅਰਲੀ ਜਿਹੜੀਆਂ ਗਵਰਨਮੈਂਟਸ ਹੈਗੀਆਂ ਉਹਨਾਂ ਨੂੰ ਆਪਣਾ ਯੋਗਦਾਨ ਜਿਹੜਾ ਪਾਉਣਾ ਚਾਹੀਦਾ। ਵਰਲਡ ਦੇ ਜਿਹੜੇ ਪਹਿਲੇ 15 ਬੈਸਟ ਅੰਪਾਇਰਸ ਹੈਗੇ ਆ ਉਹਨਾਂ ਵਿੱਚ ਇਹਨਾਂ ਦਾ ਨਾਮ ਮੌਜੂਦ ਹੈਗਾ। ਨਾਮ ਹੈ ਜੀ ਗੁਰਿੰਦਰ ਸਿੰਘ ਸੰਘਾ ਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਆਪਣੇ ਬੱਚੇ ਇਸ ਲੈਵਲ ਤੇ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਔਰ ਬੜੇ ਮਾਣ ਦੀ ਗੱਲ ਹੁੰਦੀ ਹੈ ਕਿ ਪੰਜਾਬ ਦੇ ਇਸ ਸਮੇਂ ਜਿਹੜੀ ਓਲੰਪਿਕਸ ਦੀ ਟੀਮ ਹੈ ਉਹਦੇ ਵਿੱਚ 8 ਬੱਚੇ ਪੰਜਾਬ ਦੇ ਰਿਪਰੈਜ਼ੈਂਟ ਕਰ ਰਹੇ ਆ। ਔਰ ਉਸ ਦੇ ਵਿੱਚੋਂ ਸਭ ਤੋਂ ਮਾਣ ਵਾਲੀ ਗੱਲ ਸਾਨੂੰ ਇਹ ਆ ਕਿ ਸਾਡਾ ਇਸੇ ਗਰਾਊਂਡ ਦਾ ਖਿਡਾਰੀ ਮਨਪ੍ਰੀਤ ਸਿੰਘ, ਜੋ ਕਿ ਭਾਰਤੀ ਹਾਕੀ ਟੀਮ ਦੀ 21 ਸਾਲ ਬਾਅਦ ਕਿਸੇ ਪੰਜਾਬੀ ਦੇ ਹੱਥ ਕਪਤਾਨੀ ਦੀ ਕਮਾਨ ਲੱਗੀ ਆ, ਔਰ ਉਹ ਅਗਵਾਈ ਕਰ ਰਿਹਾ। ਔਰ ਇਸੇ ਹੀ ਗਰਾਊਂਡ ਤੋਂ ਖੇਡੇ ਹੋਏ 2 ਖਿਡਾਰੀ ਫਸਟ 16 ਦੇ ਵਿੱਚ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਓਲੰਪਿਕਸ ਦੇ ਵਿੱਚ। ਔਰ ਵਰੁਣ ਕੁਮਾਰ ਤੀਸਰਾ ਜੋ ਖਿਡਾਰੀ ਆ ਉਹ ਵੀ ਟੀਮ ਦੇ ਨਾਲ ਸਟੈਂਡ ਬਾਈ ਦੇ ਤੌਰ ਤੇ ਓਲੰਪਿਕਸ ਦੇ ਵਿੱਚ ਐਕਸਪੀਰੀਅੰਸ ਦਾ ਮਿਕਸ ਬਲੈਂਡ ਲਿਆ ਕੋਚ ਨੇ ਜਿਹੜਾ ਸਿਲੈਕਸ਼ਨ ਕੀਤੀ ਹੈ ਟੀਮ ਦੀ। ਮਨਪ੍ਰੀਤ, ਮਨਦੀਪ ਦੋਨੋਂ ਤਕਰੀਬਨ 10 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਹਾਕੀ ਫੜ ਲਈ ਸੀਗੀ ਜੀ। ਤੇ ਹਾਕੀ ਤੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਚੱਲਦੀ ਆ ਰਹੀ ਆ। ਤੇ ਮੈਂ ਜਿਹੜਾ ਇੱਥੇ ਕੰਮ ਸ਼ੁਰੂ ਕੀਤਾ ਸੀ, ਸਰਦਾਰ ਪ੍ਰਗਟ ਸਿੰਘ ਹੁਣਾਂ ਨੇ ਮੈਨੂੰ ਇੱਥੇ ਸੰਨ 2006 ਦੇ ਵਿੱਚ ਇੱਥੇ ਐਜ ਏ ਕੋਚ ਅਪੁਆਇੰਟ ਕੀਤਾ ਸੀਗਾ। ਦੇਖੋ, ਮੈਂ ਇਕੱਲੀ ਹਾਕੀ ਦੀ ਨਹੀਂ ਗੱਲ ਕਰਦਾ, ਸਾਨੂੰ ਹੋਰ ਸਪੋਰਟਸ ਨੂੰ ਵੀ ਸਾਨੂੰ ਇਹੋ ਜਿਹਾ ਮਾਹੌਲ ਸਿਰਜਣਾ ਚਾਹੀਦਾ ਥਰੂ ਆਊਟ ਕੰਟਰੀ ਵੀ ਜਿੱਥੇ ਅਸੀਂ ਸਿਰਫ, ਕਿਉਂਕਿ ਜਦੋਂ ਵੀ ਖਬਰਾਂ ਚੱਲਦੀਆਂ ਜਾਂ ਜਿੱਥੇ ਵੀ ਜੋ ਹੁੰਦਾ ਜ਼ਿਆਦਾ ਨੈਗੇਟਿਵ ਗੱਲਾਂ ਹੁੰਦੀਆਂ, ਤੇ ਸਾਨੂੰ ਉਸ ਨੈਗੇਟਿਵਿਟੀ ਤੋਂ ਕੱਢਣ ਲਈ ਇੱਕ ਸਾਨੂੰ ਨੈਸ਼ਨਲ ਲੈਵਲ ਦੀ ਸਪਿਰਿਟ ਕਾਇਮ ਕਰਨ ਦੀ ਜ਼ਰੂਰਤ ਹੈਗੀ ਆ। ਕਿਉਂਕਿ ਖਿਡਾਰੀ ਦਾ ਦੇਖੋ, ਸਾਨੂੰ ਕੀ ਕੀਤਾ, ਸਾਨੂੰ ਜਾਤਾਂ 'ਚ, ਧਰਮਾਂ 'ਚ, ਮੈਂ ਵੀ ਪੋਲੀਟੀਕਲ ਸਿਸਟਮ 'ਚ ਇਹਨਾਂ ਨੇ ਵੰਡ ਦਿੱਤਾ। ਸਾਨੂੰ ਵੰਡਣ ਦੀ ਜ਼ਰੂਰਤ ਨਹੀਂ ਹੈ।
ਇਨਸਾਨੀਅਤ ਦੇ ਤੌਰ ਤੇ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ। ਖਿਡਾਰੀ ਦਾ ਕੋਈ ਜਾਤ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ। ਖਿਡਾਰੀ ਦੀ ਇਨਸਾਨੀਅਤ ਔਰ ਸਪਿਰਿਟ ਜਿਹੜੀ ਆ ਉਹ ਆਮ ਬੰਦਿਆਂ ਨਾਲੋਂ ਬੈਟਰ ਹੁੰਦੀ ਹੈਗੀ ਆ। ਸੋ ਸਾਨੂੰ ਉਹੋ ਜਿਹਾ ਮਾਹੌਲ ਸਿਰਜ ਕੇ ਅਸੀਂ ਤਾਂ ਇੱਕ ਨੇਸ਼ਨ ਦੀ ਗੱਲ ਕਰੀਏ, ਅਸੀਂ ਤਾਂ ਇੱਕ ਸਟੇਟ ਦੀ ਗੱਲ ਕਰੀਏ, ਅਸੀਂ ਤਾਂ ਇੱਕ ਇਨਸਾਨੀਅਤ ਦੀ ਗੱਲ ਕਰੀਏ, ਉਹਦੇ ਲਈ ਮੈਨੂੰ ਲੱਗਦਾ ਸਪੋਰਟਸ ਤੋਂ ਬਿਹਤਰ ਫੀਲਡ ਸ਼ਾਇਦ ਨਾ ਕੋਈ ਹੋਰ ਹੋਵੇ। ਸੋ ਇਸ ਕਰਕੇ ਸਾਨੂੰ ਇਹਦੇ ਤੇ ਜਿੰਨਾ ਅਸੀਂ ਵਧਾ ਲਾਂਗੇ ਉਨੀ ਸਾਡੀ ਸੁਸਾਇਟੀ ਜਿਹੜੀ ਆ ਉਹਦੀ ਦਿੱਖ ਜਿਹੜੀ ਆ ਉਹ ਪੋਜ਼ਿਟਿਵ ਜਿਹੜੀ ਉਹ ਨਜ਼ਰ ਆਉਣ ਲੱਗ ਪਊ। ਸਾਡੇ ਲਈ ਇੱਕ ਤਾਂ ਬਹੁਤ ਪ੍ਰਾਊਡ ਦੀ ਵੀ ਗੱਲ ਹੈ, ਇੱਕ ਸਾਡੇ ਲਈ ਬਹੁਤ ਅਸੀਂ ਕਹਿ ਸਕਦੇ ਕਿ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਪਿੰਡ ਦੇ ਸਾਡੇ ਆਈਡਲ ਜਿਹਨੂੰ ਕਹਿ ਸਕਦੇ ਅਸੀਂ ਕਿ ਸਰਦਾਰ ਪ੍ਰਗਟ ਸਿੰਘ ਜੀ, ਦ ਕੈਪਟਨ ਆਫ ਫਾਰਮਰ ਕੈਪਟਨ ਆਫ ਇੰਡੀਅਨ ਹਾਕੀ ਟੀਮ ਪਦਮ ਸ਼੍ਰੀ, ਉਹ ਸਾਡੇ ਏਰੀਆ ਦੇ ਐਮਐਲਏ ਆ। ਸੋ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਆ ਪਲੇਅਰਸ ਨੂੰ, ਸਾਡੇ ਬੱਚਿਆਂ ਨੂੰ। ਅਗਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਆ। ਆਈ ਥਿੰਕ ਕਈ ਵੇਲੇ ਸਾਨੂੰ ਬੋਲਣ ਦੀ ਵੀ ਲੋੜ ਨਹੀਂ, ਉਹ ਆਪਣੇ ਆਪ ਸਾਰਾ ਕੁਝ ਜੋ ਵੀ ਹੈ ਅਰੇਂਜ ਕਰਦੇ ਆ। ਲੇਕਿਨ ਫਿਰ ਵੀ ਅਸੀਂ ਅਜੇ ਘਾਹ ਦੇ ਮੈਦਾਨ ਦੇ ਉੱਪਰ ਹੀ ਬੱਚਿਆਂ ਨੂੰ ਟ੍ਰੇਨਿੰਗ ਕਰਵਾ ਰਹੇ ਹਾਂ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਸਾਨੂੰ ਇੱਥੇ ਐਸਟ੍ਰੋਟਰਫ ਪ੍ਰਦਾਨ ਹੋ ਜਾਵੇ ਤੇ ਇਸੇ ਤਰ੍ਹਾਂ ਹੀ ਇੰਡੀਆ ਦੀਆਂ ਜਿਹੜੀਆਂ ਅੱਛੀਆਂ ਪਿਕਟਸ ਨੇ, ਜਿੱਥੇ ਅੱਛੇ ਸੈਂਟਰ ਚੱਲ ਰਹੇ ਨੇ, ਉੱਥੇ ਐਸਟ੍ਰੋਟਰਫ ਦੇ ਮੈਦਾਨ ਪ੍ਰਦਾਨ ਕੀਤੇ ਜਾਣ ਤੇ ਕੋਈ ਇਸ਼ੂ ਨਹੀਂ ਕਿ ਅੱਜ ਸਾਡੇ 2 ਜਾਂ 3 ਖਿਡਾਰੀ ਇੰਡੀਆ ਟੀਮ 'ਚ ਖੇਡ ਰਹੇ ਨੇ ਤੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ 5-5 ਖਿਡਾਰੀ ਇੱਕ ਟਾਈਮ ਤੇ ਇੰਡੀਆ ਟੀਮ ਨੂੰ ਦੇ ਸਕਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੀ ਪੰਜਾਬ ਦੀ ਸਿਫਤ ਦੇ ਨਾਲ ਹੀ ਕਰਾਂਗੇ, ਜਿਹੜਾ ਕਿ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਹਰ ਇੱਕ ਦੇ ਵਾਸਤੇ ਸੀਨਾ ਤਾਣ ਕੇ ਖੜਦਾ ਰਿਹਾ ਹੈ। ਆਜ਼ਾਦੀ ਦੀ ਗੱਲ ਕਰ ਲਓ ਜਾਂ ਫਿਰ ਜਿੰਨੀਆਂ ਵੀ ਹੋਰ ਮੁਸ਼ਕਲਾਂ ਆਈਆਂ ਹੋਣ, ਬਿਨਾਂ ਕਿਸੇ ਭਿੰਨ ਭੇਦ ਦੇ ਲੋੜਵੰਦਾਂ ਦੀ ਮਦਦ ਕਰਦਾ ਰਿਹਾ ਹੈ। ਮੁਸੀਬਤਾਂ ਵਿੱਚ ਸਭ ਤੋਂ ਅੱਗੇ ਹਿੱਕ ਢਾਹ ਕੇ ਖੜਦਾ ਰਿਹਾ ਹੈ। ਪਰ ਪੰਜਾਬੀਆਂ ਦੀ ਇਸ ਗੈਰਤ ਦੀ, ਇਸ ਮਿਹਨਤ ਦੀ, ਇਸ ਕਾਮਯਾਬੀ ਦੀ ਜਿਹੜੀ ਗੱਲ ਹੈ, ਇਹ ਮੌਕੇ ਦੀਆਂ ਸਰਕਾਰਾਂ ਨੂੰ ਕਦੇ ਵੀ ਹਾਜ਼ਮ ਨਹੀਂ ਹੋਈ। ਉਹਨਾਂ ਦੀਆਂ ਅੱਖਾਂ ਦੇ ਵਿੱਚ ਹਮੇਸ਼ਾ ਹੀ ਪੰਜਾਬ ਰੜਕਦਾ ਰਿਹਾ ਹੈ। ਇਸ ਦੇ ਸੱਭਿਆਚਾਰ ਨੂੰ, ਇਸ ਦੀ ਬੋਲੀ ਨੂੰ, ਇਸ ਦੀ ਅਣਖ ਨੂੰ ਅਤੇ ਇਸ ਦੀ ਹੋਂਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਅੱਜ ਤੱਕ ਜਾਰੀ ਹਨ। ਪਰ ਵੱਡੇ ਜਿਗਰੇ ਵਾਲਾ ਪੰਜਾਬ ਕੀ ਕਹਿੰਦਾ ਹੈ, ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਕਵਿਤਾ ਦੇ ਵਿੱਚ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫ਼ਤੇ ਤੱਕ ਸਤਿ ਸ੍ਰੀ ਅਕਾਲ। ਕਿਹੜੀ ਮਿੱਟੀ ਦੇ ਅਸੀਂ ਹਾਂ ਘੜੇ ਹੋਏ, ਘੜਨ ਵਾਲਾ ਏ ਕੌਣ ਘੁਮਿਆਰ ਸਾਡਾ। ਜ਼ੁਲਮ ਨਹੀਂ ਕਰਦੇ, ਜ਼ੁਲਮ ਨਹੀਂ ਸਹਿੰਦੇ, ਸੱਚਾ ਸੁੱਚਾ ਏ ਬਣ ਜਵੇ ਹਾਲ ਸਾਡਾ। ਜਿਸ ਨੂੰ ਪਿਆਰ ਕਰੀਏ ਉਸ ਲਈ ਮਰ ਜਾਈਏ, ਐਵੇਂ ਕਰਦੇ ਨਹੀਂ ਲੋਕ ਸਤਿਕਾਰ ਸਾਡਾ। ਪਹਿਲੋਂ ਸਾਡੇ ਜਿਹਾ ਦੇਸ਼ ਦਾ ਬਣੇ ਦਰਦੀ, ਫੇਰ ਪਰਖੇ ਕੋਈ ਦੇਸ਼ ਪਿਆਰ ਸਾਡਾ। ਸਾਡਾ ਦੋਸ਼ ਕੀ ਏ, ਸਾਡਾ ਗੁਨਾਹ ਕੀ ਏ, ਜਿਉਣਾ ਦੇਸ਼ ਲਈ ਤੇ ਦੇਸ਼ ਦੇ ਲਈ ਮਰਨਾ। ਅਸਾਂ ਕੀਤਾ ਦੇਸ਼ ਨੂੰ ਪਿਆਰ, ਇੰਨਾ ਕਿਸੇ ਨਹੀਂ ਕੀਤਾ, ਕਿਸੇ ਨਹੀਂ ਕਰਨਾ। ਅਸੀਂ ਸਦਾ ਸਰਬੱਤ ਦਾ ਭਲਾ ਮੰਗਿਆ, ਅਸੀਂ ਸਦਾ ਮਜ਼ਲੂਮ ਨੂੰ ਪਾਲਦੇ ਰਹੇ। ਉਹ ਜਵਾਨੀ ਇਸ ਲਈ ਆਪਣੀ ਗਾਲਦੇ ਰਹੇ। ਸਾਡਾ ਸਿਦਕ ਵੇਖੋ ਦੇਗਾਂ ਵਿੱਚ ਪਾ ਕੇ, ਸਾਡੇ ਸਿਦਕ ਨੂੰ ਜਦੋਂ ਉਬਾਲਦੇ ਰਹੇ। ਗੈਰਤ ਵੱਲੋਂ ਨਾ ਸਖੜਾ ਦੇਸ਼ ਹੋ ਜਾਏ, ਗੈਰਤ ਦੇਸ਼ ਦੀ ਅਸੀਂ ਸੰਭਾਲਦੇ ਰਹੇ। ਇਸ ਦੇ ਵਿਰਸੇ ਲਈ ਸਾਡਿਆਂ ਵਾਰਸਾਂ ਨੇ ਕੀ ਕੁਝ ਹੱਸ ਕੇ ਨਹੀਂ ਕੁਰਬਾਨ ਕੀਤਾ। ਇਹਦੀ ਪੱਤ ਰਹਿ ਜਾਏ, ਸਾਡਾ ਸਿਦਕ ਰਹਿ ਜਾਏ, ਹੱਸ ਕੇ ਸਾਰਾ ਸਰਬੰਸੀ ਦਾਨ ਕੀਤਾ। ਨਾਲ ਗੋਲੀਆਂ ਛੇਕਿਆ ਗਿਆ ਸਾਨੂੰ, ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਅੰਗ ਅੰਗ ਕੱਟ ਕੇ ਵੇਖਿਆ ਗਿਆ ਸਾਨੂੰ, ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਤੱਤੀ ਤਵੀ ਤੇ ਸੇਕਿਆ ਗਿਆ ਸਾਨੂੰ, ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਹੱਥਾਂ ਪਰਖਿਆ ਵੇਖਿਆ ਗਿਆ ਸਾਨੂੰ, ਸਾਡੇ ਸਿਦਕ ਦੇ ਵਿੱਚ ਨਹੀਂ ਫਰਕ ਆਇਆ। ਸਾਡੇ ਜੋਸ਼ ਨੇ ਜਦੋਂ ਉਬਾਲ ਖਾਦਾ, ਉਹ ਵੇਖਣ ਵਾਲਾ ਸੀ ਉਦੋਂ ਵਿਸ਼ਵਾਸ ਸਾਡਾ। ਸਾਨੂੰ ਜਿਉਂਦੇ ਸ਼ਹੀਦੀ ਆਖਦੇ ਸਨ, ਲਿਖਿਆ ਲਹੂ ਦੇ ਨਾਲ ਇਤਿਹਾਸ ਸਾਡਾ। ਕਿੰਨੇ ਜ਼ਾਲਮਾਂ ਕਿੰਨਿਆਂ ਬਾਦਸ਼ਾਹਾਂ, ਬੜਾ ਜ਼ੋਰ ਲਾਇਆ ਅਸੀਂ ਨਹੀਂ ਮੁੱਕੇ। ਕਿੰਨੇ ਜ਼ਾਲਮਾਂ ਕਿੰਨਿਆਂ ਬਾਦਸ਼ਾਹਾਂ, ਬੜਾ ਜ਼ੋਰ ਲਾਇਆ ਅਸੀਂ ਨਹੀਂ ਮੁੱਕੇ। ਅੱਖਾਂ ਸਾਹਮਣੇ ਮਾਵਾਂ ਦੇ ਪੁੱਤ ਵੱਡੇ, ਇੰਨਾ ਕਹਿਰ ਢਾਇਆ ਅਸੀਂ ਨਹੀਂ ਮੁੱਕੇ। ਸਾਡੀ ਖਲ ਲਾ ਕੇ ਜ਼ਖਮਾਂ ਸਾਡਿਆਂ ਤੇ ਮਿਰਚ ਲੂਣ ਪਾਇਆ, ਅਸੀਂ ਨਹੀਂ ਮੁੱਕੇ। ਸਾਡੇ ਸਿਰਾਂ ਦਾ ਲੋਕਾਂ ਨੇ ਮੁੱਲ ਪਾਇਆ, ਉਹ ਵੀ ਦੌਰ ਆਇਆ ਅਸੀਂ ਨਹੀਂ ਮੁੱਕੇ। ਉਹ ਸਾਨੂੰ ਮੁੱਕ ਗਏ ਆਪ ਮਕਾਉਣ ਵਾਲੇ, ਤੇ ਹੁਣ ਤੇ ਡਰਨ ਡਰਾਉਣ ਦੀ ਗੱਲ ਹੀ ਨਹੀਂ। ਜਦੋਂ ਗਿਣਤੀ ਦੇ ਸਾਂ ਉਦੋਂ ਨਹੀਂ ਮੁੱਕੇ, ਤੇ ਹੁਣ ਤੇ ਮੁੱਕਣ ਮਕਾਉਣ ਦੀ ਗੱਲ ਹੀ ਨਹੀਂ।